Praise the Lord. Praise the Lord. We are continuing what we started last week. ਅਸੀਂ ਜੋ ਪਿਛਲੇ ਹਫਤੇ ਸ਼ੁਰੂ ਕੀਤਾ ਸੀ ਉਹਨੂੰ ਅੱਗੇ ਚੱਲਾਂਗੇ। The work of the Holy Spirit. ਪਵਿੱਤਰ ਆਤਮਾ ਜੀ ਦੇ ਕੰਮ। In this part 2, we are going to continue with the work of the Holy Spirit in the life of a believer. ਇਹ ਦੂਜੇ ਹਿੱਸੇ 'ਚ ਅਸੀਂ ਅੱਗੇ ਚੱਲਾਂਗੇ ਪਵਿੱਤਰ ਆਤਮਾ ਜੀ ਦੇ ਇੱਕ ਮਸੀਹ ਦੇ ਵਿੱਚ ਕੰਮ ਦੇ ਬਾਰੇ ਗੱਲ ਕਰਾਂਗੇ। The first part we saw that he is God in every sense. ਅਸੀਂ ਪਹਿਲੇ ਅਸੀਂ ਦੇਖਿਆ ਸੀ ਕਿ ਹਰ ਵਿਸ਼ੇ ਵਿੱਚ ਉਹ ਪਰਮੇਸ਼ਵਰ ਹੈਗੇ ਨੇ। We saw from scripture that he has all the attributes of God. ਅਸੀਂ ਦੇਖਿਆ ਸੀ ਪਰਮੇਸ਼ਵਰ ਦੇ ਵਚਨ ਵਿੱਚੋਂ ਕਿ ਜਿੰਨੇ ਵੀ ਪਰਮੇਸ਼ਵਰ ਦੇ ਸੁਭਾਅ ਨੇ ਉਹ ਸਾਰੇ ਪਵਿੱਤਰ ਆਤਮਾ ਜੀ ਦੇ ਵਿੱਚ ਹੈਗੇ ਨੇ। Last time I told you there is a threefold aim of this study. ਮੈਂ ਤੁਹਾਨੂੰ ਪਿਛਲੇ ਹਫ਼ਤੇ ਦੱਸਿਆ ਸੀ ਕਿ ਜਿਹੜਾ ਅਸੀਂ ਪ੍ਰਚਾਰ ਕਰ ਰਹੇ ਹਾਂ ਇਹਦੇ ਤਿੰਨ ਦਰਸ਼ੀਏ ਆਪਣਾ ਫਾਇਦੇ ਨੇ। Number one, to give you the biblical foundation of the Holy Spirit. ਪਹਿਲਾ ਪਰਮੇਸ਼ਵਰ ਦੇ ਵਚਨ ਦੇ ਹਿਸਾਬ ਨਾਲ ਪਵਿੱਤਰ ਆਤਮਾ ਜੀ ਦੇ ਬਾਰੇ ਤੁਹਾਨੂੰ ਦੱਸਿਆ। The second thing we are going to see the anointing of the Holy Spirit, the baptism of the Holy Spirit. ਦੂਸਰਾ ਪਵਿੱਤਰ ਆਤਮਾ ਜੀ ਦਾ ਅਭਿਸ਼ੇਕ ਤੇ ਉਹਨਾਂ ਦਾ ਬਪਤਿਸਮਾ ਦੇ ਬਾਰੇ ਦੇਖਾਂਗੇ। The third, we are going to see the fellowship of the Holy Spirit. ਤੀਸਰਾ ਅਸੀਂ ਉਹਨਾਂ ਦੇ ਸਹਿਭਾਗਿਤਾ ਦੇ ਬਾਰੇ ਗੱਲ ਕਰਾਂਗੇ। Last week we understood from scripture that he was present at the creation. ਅਸੀਂ ਪਿਛਲੇ ਹਫ਼ਤੇ ਦੇਖਿਆ ਸੀ ਕਿ ਸੰਸਾਰ ਦੀ ਉਤਪਤੀ ਦੇ ਸਮੇਂ ਤੇ ਉਹ ਮੌਜੂਦ ਸੀ। And he is there throughout the Old Testament. ਤੇ ਸਾਰੇ ਪੁਰਾਣੇ ਨਿਯਮ ਵਿੱਚ ਉਹਨਾਂ ਦਰਸਾਉਂਦੇ ਨੇ। We saw in the New Testament, in all aspects of the life of Lord Jesus, he was present. ਤੇ ਨਵੇਂ ਨਿਯਮ ਵਿੱਚ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਗੀ ਦੇ ਸਾਰੇ ਕੰਮਾਂ ਵਿੱਚ ਉਹ ਹਾਜ਼ਰ ਸੀ। This week we are going to see what is the anointing of the Holy Spirit. ਅੱਜ ਅਸੀਂ ਉਹਨਾਂ ਦੇ ਅਭਿਸ਼ੇਕ ਦੇ ਬਾਰੇ ਦੇਖਾਂਗੇ। We are going to see what is the baptism of the Holy Spirit. ਉਹਨਾਂ ਦੇ ਬਪਤਿਸਮੇ ਬਾਰੇ ਦੇਖਾਂਗੇ। And if time permits, we'll get into the gifts of the Holy Spirit. ਸੌਰੀ ਤੇ ਉਹਨਾਂ ਦੇ ਆਪਣਾ ਜਿਹੜੇ ਤੋਹਫੇ ਹੈਗੇ ਨੇ ਉਹਨਾਂ ਬਾਰੇ ਦੇਖਾਂਗੇ। We'll just let us recap last week. ਅਸੀਂ ਪਿਛਲੇ ਹਫ਼ਤੇ ਦਾ ਸੰਖਿਪਤ ਕਰਾਂਗੇ। We learned that he is not an it. ਅਸੀਂ ਦੇਖਿਆ ਸੀ ਉਹ ਕੋਈ ਚੀਜ਼ ਨਹੀਂ ਹੈਗੇ। Many times we look at Holy Spirit like a power or some energy. ਅਸੀਂ ਆਮ ਤੌਰ ਤੇ ਕਈ ਲੋਕ ਉਹਨਾਂ ਨੂੰ ਇੱਕ ਤਾਕਤ ਜਾਂ ਕੋਈ ਊਰਜਾ ਸਮਝਦੇ ਨੇ। He is the most forgotten person. ਉਹ ਸਭ ਤੋਂ ਜ਼ਿਆਦਾ ਕਹਿੰਦੇ ਅਸੀਂ ਭੁੱਲੇ ਹੋਏ ਹੈਗੇ ਨੇ ਟ੍ਰਿਨਿਟੀ ਵਿੱਚ। Most misrepresented. ਜ਼ਿਆਦਾ ਉਹਨਾਂ ਨੂੰ ਗਲਤ ਤਰੀਕੇ ਨਾਲ ਦਰਸਾਇਆ ਜਾਂਦਾ ਹੈ। Most dishonored. ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ। Most grieved. ਉਹਨਾਂ ਨੂੰ ਸ਼ੋਕਿਤ ਕੀਤਾ ਜਾਂਦਾ ਹੈ। Most abused. ਉਹਨਾਂ ਨੂੰ ਆਪਣਾ ਕੀ ਕਹਿੰਦੇ ਨੇ ਬੁਰਾ ਕਿਹਾ ਜਾਂਦਾ ਹੈ। And it's not wrong to say the most blasphemed of the Trinity. ਤੇ ਜਿਹੜਾ ਟ੍ਰਿਨਿਟੀ ਦੇ ਹਿੱਸੇ ਦੇ ਪਵਿੱਤਰ ਆਤਮਾ ਹੈਗੇ ਨੇ ਉਹਨਾਂ ਦਾ ਨਾਮ ਖਰਾਬ ਕੀਤਾ ਜਾਂਦਾ ਹੈ। We saw that attributing to him the things which he has not done, which he has not spoken, and which he has not manifested is blasphemy against him. ਜਿਹੜੇ ਗੱਲਾਂ ਉਹਨਾਂ ਨੇ ਨਹੀਂ ਕਹੀਆਂ, ਜਿਹੜੇ ਕੰਮ ਉਹਨਾਂ ਨੇ ਨਹੀਂ ਕੀਤੇ ਜਾਂ ਜਿਹੜਾ ਪ੍ਰਕਾਸ਼ਨ ਉਹਨਾਂ ਨੇ ਨਹੀਂ ਕੀਤੇ, ਜੇ ਉਹ ਅਸੀਂ ਉਹਨਾਂ ਦਾ ਨਾਮ ਲੈਂਦੇ ਪਵਿੱਤਰ ਆਤਮਾ ਦਾ ਤੇ ਉਹਨਾਂ ਦਾ ਨਾਮ ਖਰਾਬ ਕਰਨੇ ਆ। We saw in Matthew 12 last week that the Pharisees attributed to the devil what Lord Jesus was doing. ਅਸੀਂ ਪਿਛਲੇ ਹਫ਼ਤੇ ਦੇਖਿਆ ਸੀ ਫਰੀਸੀ ਜਿਹੜੇ ਹੈਗੇ ਨੇ ਜੋ ਪ੍ਰਭੂ ਯਿਸੂ ਮਸੀਹ ਕੰਮ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਨੇ ਸ਼ੈਤਾਨ ਦੇ ਕੰਮ ਕਹੇ। Lord Jesus called it an unforgivable sin. ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਵੀ ਇਹ ਗੁਨਾਹ ਕਦੀ क्षमा ਨਹੀਂ ਹੋਏਗਾ। We saw that human experiences, ਅਸੀਂ ਦੇਖਿਆ ਇਨਸਾਨੀ ਤਜਰਬੇ, emotional experiences, ਭਾਵੁਕਤਾ ਦੇ ਕੰਮ, strange experiences, ਅਜੀਬ ਦੇ ਤਰੀਕੇ, demonic experiences ਸ਼ੈਤਾਨੀ ਕੰਮ are being attributed to the Holy Spirit. ਇਹ ਸਾਰੇ ਪਵਿੱਤਰ ਆਤਮਾ ਜੀ ਦੇ ਨਾਮ ਦੇ ਨਾਲ ਜੋੜੇ ਜਾਂਦੇ ਨੇ। People get all types of visions, ਲੋਕੀ ਅਲੱਗ-ਅਲੱਗ ਤਰ੍ਹਾਂ ਦੇ ਦਰਸ਼ਨ ਦੇਖਦੇ ਨੇ, revelations, ਪ੍ਰਕਾਸ਼ਨ ਹੁੰਦੇ ਨੇ, voices from heaven, ਸੰਸਾਰ ਉਹ ਕਹਿੰਦੇ ਨੇ ਸਵਰਗ ਤੋਂ ਆਵਾਜ਼ ਆਉਂਦੀ ਹੈ, messages from the Spirit, ਸੰਦੇਸ਼ ਆਉਂਦੇ ਨੇ ਆਤਮਾ ਦੇ, dreams, ਸੁਪਨੇ ਆਉਂਦੇ ਨੇ, speaking in tongues, ਗੈਰ ਜ਼ੁਬਾਨਾਂ prophecies, ਭਵਿष्यवाणी ਕਰਦੇ out ਆ, of body experiences, ਸਰੀਰ ਤੋਂ ਬਾਹਰ ਦੇ ਤਜਰਬੇ, trips to heaven, ਸਵਰਗ ਜਾਣ ਦੇ ਜਗ੍ਹਾ, anointings, ਅਭਿਸ਼ੇਕ, miracles, ਚਮਤਕਾਰ,
most of them are false. ਉਹਨੇ ਇਹਨਾਂ 'ਚ ਜ਼ਿਆਦਾ ਜਿਹੜੇ ਹੈਗੇ ਨੇ ਉਹ ਝੂਠ ਨੇ। Why I know it's false? Because it doesn't match with scripture. ਮੈਨੂੰ ਕਿਉਂ ਪਤਾ ਹੈ ਝੂਠ ਨੇ? ਕਿਉਂਕਿ ਇਹ ਪਰਮੇਸ਼ਵਰ ਦੇ ਵਚਨ ਦੇ ਨਾਲ ਮੇਲ ਨਹੀਂ They ਖਾਂਦੇ। are mostly lies, ਜ਼ਿਆਦਾਤਰ ਝੂਠ ਨੇ, mostly deceptions. ਗਲਤ ਦਿਖਾਏ ਜਾਂਦੇ ਨੇ It's falsely attributed to the Holy Spirit. ਤੇ ਝੂਠੇ ਤਰੀਕੇ ਨਾਲ ਪਵਿੱਤਰ ਆਤਮਾ ਜੀ ਦੇ ਕੰਮ ਕਹਿ ਕੇ ਦੱਸੇ ਜਾਂਦੇ ਨੇ। Somewhere along the way, the Christians stopped maintaining a disciplined life with God. ਅਬ ਜੀਵਨ ਮਸੀਹ ਦਾ ਜਿੰਦੇ ਜਿੰਦੇ ਕਈ ਜ਼ਿਆਦਾਤਰ ਲੋਕਾਂ ਨੇ ਜਿਹੜਾ ਪਰਮੇਸ਼ਵਰ ਦੇ ਨਾਲ ਚੱਲਣ ਦਾ ਠੀਕ ਤਰੀਕਾ ਸੀ ਉਹ ਭੁੱਲ ਗਏ। They have not had a regular Bible reading in their lives. ਉਹਨਾਂ ਦੇ ਜੀਵਨ ਵਿੱਚ ਰੋਜ਼ ਪਰਮੇਸ਼ਵਰ ਦਾ ਵਚਨ ਪੜ੍ਹਨ ਦਾ ਕੰਮ ਨਹੀਂ, No regular time of prayer. ਲਗਾਤਾਰ ਰੋਜ਼ ਪ੍ਰਾਰਥਨਾ ਨਹੀਂ ਕਰਦੇ, No spending time in the presence of God. ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠਦੇ ਨਹੀਂ। Therefore, they have lost the ability to recognize who God is, who the Holy Spirit is, or who Lord Jesus is. ਇਸ ਕਰਕੇ ਉਹ ਜਿਹੜਾ ਜਿਸ ਤਰੀਕੇ ਨਾਲ ਉਹ ਪਤਾ ਕਰ ਸਕਦੇ ਨੇ ਕਿ ਪਿਤਾ ਪਰਮੇਸ਼ਵਰ ਕੌਣ ਨੇ, ਪ੍ਰਭੂ ਯਿਸੂ ਮਸੀਹ ਕੌਣ ਨੇ, ਪਵਿੱਤਰ ਆਤਮਾ ਕੌਣ ਨੇ, ਉਹ ਐਬਿਲਿਟੀ ਖੋ ਬੈਠੇ ਨੇ। So, like the Israelites, we have created a golden calf called the Holy Spirit. ਤੇ ਜਿਵੇਂ ਇਜ਼ਰਾਈਲੀਆਂ ਨੇ ਆਪਣਾ ਸੋਨੇ ਦਾ ਬਛੜਾ ਬਣਾਇਆ ਸੀ, ਉਵੇਂ ਅਸੀਂ ਪਵਿੱਤਰ ਆਤਮਾ ਜੀ ਨਾਲ ਕਰਨੇ ਆ। And we dance around it thinking that is the Holy Spirit. ਤੇ ਅਸੀਂ ਉਹਨਾਂ ਦੇ ਆਸ-ਪਾਸ ਨੱਚਨੇ ਆ ਸੋਚਦੇ ਹੋਏ ਕਿ ਅਸੀਂ ਉਹਨਾਂ ਦੇ ਅਭਿਸ਼ੇਕ ਹੀ ਨੱਚ ਰਹੇ We ਹਾਂ। have lost the relationship with the Holy Spirit and created our own. ਅਸੀਂ ਉਹਨਾਂ ਨਾਲ ਦਾ ਸਹਿਭਾਗਿਤਾ ਤਾਂ ਛੋੜਦੀ ਤੇ ਆਪਣਾ ਖੁਦ ਦਾ ਬਣਾ ਲਿਆ। We call it new names: ਅਸੀਂ ਨਵੇਂ ਨਾਮ ਦਿੰਨੇ ਆ, anointing, power, ਅਭਿਸ਼ੇਕ, ਤਾਕਤ, new season, ਨਵਾਂ ਸਮੇਂ, glory cloud, ਆਪਣਾ ਮਹਿਮਾ ਦਾ ਬੱਦਲ, laughing spirit, ਹੱਸਣ ਵਾਲੀ ਆਤਮਾ, angelic visitations, ਸਵਰਗ ਦੂਤਾਂ ਦੀ ਆਣਾ, so many things. ਬਹੁਤ ਸਾਰੀ ਚੀਜ਼ਾਂ। We have, this is what we think that the Lord Jesus has sent in his place. ਅਸੀਂ ਇਹ ਸੋਚਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਗ੍ਹਾ ਤੇ ਚੀਜ਼ਾਂ ਭੇਜੀਆਂ। Because the word is not, we don't adhere to the standard of the word of God. ਕਿਉਂਕਿ ਜੋ ਪਰਮੇਸ਼ਵਰ ਦੇ ਵਚਨ ਦੀ ਗੱਲਾਂ ਹੈਗੀਆਂ ਨੇ ਅਸੀਂ ਉਹਦੇ ਹਿਸਾਬ ਨਾਲ ਨਹੀਂ ਚੱਲਦੇ। So whatever can be the standard, ਜੋ ਵੀ ਸਤਰ ਹੋਵੇ ਹੁੰਦਾ, worldly management principles is brought into the church ਸੰਸਾਰਿਕ ਸਿਧਾਂਤ ਕਲੀਸੇ 'ਚ ਆਏ ਨੇ and replace the scripture. ਤੇ ਉਹਨਾਂ ਨੇ ਵਚਨ ਦੀ ਜਗ੍ਹਾ ਲੈ ਲਈ। The man is replacing God. ਇਨਸਾਨ ਪਰਮੇਸ਼ਵਰ ਦੀ ਜਗ੍ਹਾ ਲੈ ਰਿਹਾ। People worship the man rather than God. ਲੋਕ ਇਨਸਾਨ ਦੀ ਆਰਾਧਨਾ ਕਰਦੇ ਨੇ ਜਾਂ ਕਿ ਪਰਮੇਸ਼ਵਰ ਦੀ। They worship the pastor, ਉਹ ਪਾਦਰੀ ਦੀ ਆਰਾਧਨਾ ਕਰਦੇ ਨੇ, ਲੀਡਰ ਦੀ ਕਰਦੇ ਨੇ, the apostle. ਜਿਹੜੇ ਪ੍ਰੇਰਿਤ ਹੈਗੇ ਨੇ। Money has replaced mission. ਤੇ ਜਿਹੜਾ ਪੈਸਾ ਹੈਗਾ ਉਹਨੇ ਮਿਸ਼ਨ ਦੀ ਜਗ੍ਹਾ ਲੈ ਲਈ। In fact, money has become the mission in many cases. ਬਹੁਤ ਸਾਰੇ ਗੱਲਾਂ ਵਿੱਚ ਜਿਹੜਾ ਪੈਸਾ ਹੈਗਾ ਉਹੀਓ ਮਿਸ਼ਨ ਰਹਿ ਗਿਆ। It is a very sad state of the church. ਇਹ ਬੜੀ ਇੱਕ ਉਦਾਸੀ ਦੀ ਗੱਲ ਹੈਗੀ ਹੈ। We have to come back to the scripture. ਇਸ ਕਰਕੇ ਸਾਨੂੰ ਵਾਪਸ ਪਰਮੇਸ਼ਵਰ ਦੇ ਵਚਨ ਨਾਲ ਜੁੜਨਾ ਹੈ। We have to know the Lord Holy Spirit personally in our lives. ਇਸ ਕਰਕੇ ਜ਼ਰੂਰੀ ਹੈ ਅਸੀਂ ਪਵਿੱਤਰ ਆਤਮਾ ਜੀ ਨੂੰ ਨਿੱਜੀ ਤੌਰ ਤੇ ਆਪਣਾ ਸੰਬੰਧ ਬਣਾਈਏ। We saw last week the Lord Holy Spirit has a personality. ਅਸੀਂ ਦੇਖਿਆ ਸੀ ਪਿਛਲੇ ਹਫਤੇ ਕਿ ਉਹਨਾਂ ਦੀ ਇੱਕ ਸ਼ਖਸੀਅਤ ਹੈਗੀ ਹੈ। He is a person. ਉਹ ਇੱਕ ਸ਼ਖਸੀਅਤ ਹੈਗੀ ਉਹਨਾਂ He ਦੀ। loves the saints. ਉਹ ਜਿਹੜੇ ਸੰਤ ਲੋਕ ਨੇ ਉਹਨਾਂ ਨਾਲ ਪ੍ਰੇਮ ਕਰਦੇ ਨੇ। He commands like how God commands. ਉਹ ਉਵੇਂ ਹੁਕਮ ਦਿੰਦੇ ਨੇ ਜਿਵੇਂ ਪਰਮੇਸ਼ਵਰ ਦਿੰਦੇ ਨੇ। We saw a long list of titles in last week's message. ਅਸੀਂ ਪਿਛਲੇ ਹਫਤੇ ਸਮਾਚਾਰ 'ਚ ਉਹਨਾਂ ਦੇ ਅਲੱਗ-ਅਲੱਗ ਨਾਮਾਂ ਦੇ ਬਾਰੇ ਸਿੱਖਿਆ ਸੀ। He is the executive member of the Trinity. ਉਹ ਟ੍ਰਿਨਿਟੀ ਦਾ ਕੰਮ ਕਰਨ ਵਾਲੇ ਇੱਕ ਮੈਂਬਰ ਹੈਗੇ ਨੇ। He on earth, he works the works of God in human beings. ਜ਼ਮੀਨ ਤੇ ਪਰਮੇਸ਼ਵਰ ਦੇ ਕੰਮ ਉਹ ਇਨਸਾਨਾਂ ਦੇ ਵਿੱਚ ਕਰਦੇ ਨੇ। In the Old Testament, he came on certain people for a specific purpose. ਪੁਰਾਣੇ ਨਿਯਮ ਵਿੱਚ ਉਹ ਕੁਝ ਕੰਮਾਂ ਵਾਸਤੇ ਲੋਕਾਂ ਦੇ ਉਤਰਦੇ ਸੀ। For example, he came on people to write God's word. ਜਿਵੇਂ ਉਹ ਲੋਕਾਂ ਤੋਂ ਉਤਰਦੇ ਸੀ ਤਾਂ ਕਿ ਉਹ ਪਰਮੇਸ਼ਵਰ ਦੇ ਵਚਨ ਨੂੰ ਲਿਖ ਸਕਣ। 2 Peter, we saw 2 Peter 1:20-21. ਦੂਜਾ ਪਤਰਸ 1:20 ਦਾ 21 ਤੇ 21। Knowing this first, that no prophecy of scripture is of any private interpretation,
For the prophecy came not in the old time by the will of man, but holy men of God spake as they were moved by the Holy Ghost. पर पहले यह जान लो कि पवित्र शास्त्र की कोई भी भविष्यवाणी किसी के अपने ही विचारधारा के आधार पर पूर्ण नहीं होती, क्योंकि कोई भी भविष्यवाणी मनुष्य की इच्छा से कभी नहीं हुई, पर भक्तजन पवित्र आत्मा के द्वारा उभारे जाकर परमेश्वर की ओर से बोलते थे। Today we will study about the anointing. आज ਅਸੀਂ ਅਭਿਸ਼ੇਕ ਦੇ ਬਾਰੇ ਸਿੱਖਾਂਗੇ। What is anointing? ਕੀ ਹੈਗੀ ਅਭਿਸ਼ੇਕ? What is the baptism of the Holy Spirit? ਪਵਿੱਤਰ ਆਤਮਾ ਜੀ ਦੀ ਬਪਤਿਸਮਾ ਕੀ ਚੀਜ਼ ਹੈ? And the gifts of the Spirit ਤੇ ਉਹਨਾਂ ਦੇ ਤੋਹਫੇ ਕੀ ਹੈਗੇ ਨੇ as time permits. ਜੇ ਸਮੇਂ ਰਿਹਾ। Now let us understand the anointing. ਪਹਿਲੇ ਆਪਾਂ ਅਭਿਸ਼ੇਕ ਦੇ ਬਾਰੇ ਸਿੱਖਾਂਗੇ। See, the Lord Holy Spirit is the author of Scripture. ਜਿਹੜਾ ਪਰਮੇਸ਼ਵਰ ਦਾ ਵਚਨ ਹੈਗਾ ਉਹਨਾਂ ਦੇ ਲਿਖਣ ਵਾਲੇ ਪਵਿੱਤਰ ਆਤਮਾ ਨੇ। Lord Jesus is the Word. ਪ੍ਰਭੂ ਯਿਸੂ ਮਸੀਹ ਸ਼ਬਦ ਨੇ। The Word was interpreted for human terms by the Holy Spirit. ਇਨਸਾਨਾਂ ਵਾਸਤੇ ਪਰਮੇਸ਼ਵਰ ਦੇ ਵਚਨ ਦਾ ਜਿਹੜਾ ਸਾਰਾਂਸ਼ ਹੈਗਾ ਉਹ ਪਵਿੱਤਰ ਆਤਮਾ ਜੀ ਨੇ ਦੱਸਿਆ। In the Old Testament and the New Testament, he is also called the anointing. ਪੁਰਾਣੇ ਨਿਯਮ ਤੇ ਨਵੇਂ ਨਿਯਮ ਵਿੱਚ ਉਹਨਾਂ ਨੂੰ ਅਭਿਸ਼ੇਕ ਦੇ ਨਾਮ ਨਾਲ ਅੱਗੇ ਬੁਲਾਇਆ ਜਾਂਦਾ ਹੈ। Let us understand from Scripture what is anointing. ਆਪਾਂ ਵਚਨ ਜੋ ਦੇਖਾਂਗੇ ਅਭਿਸ਼ੇਕ ਕੀ ਚੀਜ਼ ਹੈ। Anointing is a practice in Scripture to set apart someone or somebody for the ministry. ਪਰਮੇਸ਼ਵਰ ਦੇ ਵਚਨ ਦੀ ਅਭਿਸ਼ੇਕ ਦਾ ਮਤਲਬ ਹੈ ਜਦੋਂ ਕਿਸੇ ਨੂੰ ਪਰਮੇਸ਼ਵਰ ਦੀ ਸੇਵਕਾਈ ਵਾਸਤੇ ਵੱਖਰਾ ਕੀਤਾ ਜਾਂਦਾ ਹੈ। You anoint somebody to do some work. ਤੁਸੀਂ ਕਿਸੇ ਨੂੰ ਅਭਿਸ਼ੇਕ ਕਰਦੇ ਹੋ ਕਿ ਕੁਝ ਖਾਸ ਕੰਮ ਵਾਸਤੇ। For example, ਉਦਾਹਰਨ ਤੌਰ Aaron and his sons were anointed to be the high priest before God. ਜਿਵੇਂ ਐਰਨ ਤੇ ਉਹਦੇ ਜਿਹੜੇ ਬੇਟੇ ਸੀਗੇ ਉਹ ਮੁੱਖ ਪੁਜਾਰੀ ਵਾਸਤੇ ਅਭਿਸ਼ੇਕਤ ਕੀਤੇ ਗਏ। Saul was anointed to be king of Israel. ਸੌਲ ਨੂੰ ਅਭਿਸ਼ੇਕਤ ਕੀਤਾ ਗਿਆ ਰਾਜਾ ਵਾਸਤੇ ਇਜ਼ਰਾਈਲ ਦੇ। When he failed, David was anointed as king in his place. ਜਦੋਂ ਨਾਕਾਮਯਾਬ ਹੋਇਆ ਤੇ ਦਾਊਦ ਨੂੰ ਅਭਿਸ਼ੇਕਤ ਕੀਤਾ ਗਿਆ। In case of Aaron, a special anointing oil was used. ਐਰਨ ਵਾਸਤੇ ਖਾਸ ਅਭਿਸ਼ੇਕ ਦਾ ਤੇਲ ਇਸਤੇਮਾਲ ਕੀਤਾ ਗਿਆ। Probably that practice continued till the temple was destroyed after the time of Lord Jesus Christ. ਇਹ ਉਹ ਜਿਹੜਾ ਕੰਮ ਅਭਿਸ਼ੇਕ ਦਾ ਤੇਲ ਦਾ ਅਭਿਸ਼ੇਕ ਸੀਗਾ ਉਹ ਤਾਂ ਤੱਕ ਚੱਲਦਾ ਰਿਹਾ ਜਿਸ ਤੱਕ ਕਿ ਮੰਦਿਰ ਦਾ ਨਾਸ਼ ਨਾ ਹੋ ਗਿਆ। For Saul and David, regular oil was used. ਸੌਲ ਤੇ ਡੇਵਿਡ ਦੇ ਟਾਈਮ ਤੇ ਲਗਾਤਾਰ ਤੇਲ ਦਾ ਇਸਤੇਮਾਲ ਹੁੰਦਾ ਸੀ। The authority of anointing rests with God. ਤੇ ਅਭਿਸ਼ੇਕ ਦੇਣ ਦਾ ਜਿਹੜਾ ਆਪਣਾ ਅਧਿਕਾਰ ਹੈਗਾ ਉਹ ਪਰਮੇਸ਼ਵਰ ਤੇ ਹੈਗਾ। Anyone can anoint anyone. ਕੋਈ ਵੀ ਕਿਸੇ ਵੀ ਦਾ ਅਭਿਸ਼ੇਕ ਕਰ ਸਕਦਾ ਹੈ। But if God is not in it, it is useless. ਪਰ ਜੇ ਪਰਮੇਸ਼ਵਰ ਉਹਦੇ ਵਿੱਚ ਨਹੀਂ ਹੈਗਾ ਫਿਰ ਉਹ ਬੇਕਾਰ ਹੈ। It will not carry the power of God. ਉਹਦੇ ਨਾਲ ਪਰਮੇਸ਼ਵਰ ਦੀ ਤਾਕਤ ਨਹੀਂ ਰਹੇਗੀ। In the New Testament, the anointing is different from the Old Testament. ਨਵੇਂ ਨਿਯਮ ਦੀ ਅਭਿਸ਼ੇਕ ਪੁਰਾਣੇ ਨਿਯਮ ਦੇ ਅਭਿਸ਼ੇਕ ਤੋਂ ਫਰਕ ਹੈ। We move from the limited anointing of the Old Testament to the unlimited anointing of the New Testament. ਅਸੀਂ ਇੱਕ ਸੀਮਿਤ ਅਭਿਸ਼ੇਕ ਜਿਹੜਾ ਪੁਰਾਣੇ ਨਿਯਮ ਸੀ ਉਹਦੇ ਤੋਂ ਅਸੀਮਿਤ ਅਭਿਸ਼ੇਕ ਨਵੇਂ ਨਿਯਮ ਵਿੱਚ ਜਾਂਦੇ ਹਾਂ। Because when you are born again, you are anointed with the Holy Spirit. ਜਦੋਂ ਤੁਸੀਂ ਨਵਾਂ ਜਨਮ ਲੈਂਦੇ ਹੋ ਤੇ ਤੁਹਾਡਾ ਪਵਿੱਤਰ ਆਤਮਾ ਦੇ ਨਾਲ ਅਭਿਸ਼ੇਕ ਹੁੰਦਾ ਹੈ। Because as soon as you are born again, you need strength to live the life which God wants from a born again believer. ਜਦੋਂ ਤੁਹਾਡਾ ਨਵਾਂ ਜਨਮ ਹੁੰਦਾ ਹੈ ਤੇ ਪਰਮੇਸ਼ਵਰ ਤੁਹਾਨੂੰ ਤਾਕਤ ਦਿੰਦਾ ਹੈ ਤਾਂ ਕਿ ਜਿਸ ਤਰ੍ਹਾਂ ਦਾ ਜੀਵਨ ਤੁਹਾਨੂੰ ਜੀਣਾ ਚਾਹੀਦਾ ਤੁਸੀਂ ਜੀ ਸਕੋ। The Lord Holy Spirit is the one who guides you in that. ਪਵਿੱਤਰ ਆਤਮਾ ਸਾਨੂੰ ਉਹਦੇ ਵਿੱਚ ਰਸਤਾ ਦਿਖਾਉਂਦੇ ਨੇ। In the Old Testament, ਪੁਰਾਣੇ ਨਿਯਮ ਵਿੱਚ the Holy Spirit came on certain people to do certain work. ਪਵਿੱਤਰ ਆਤਮਾ ਜੀ ਕੁਝ ਲੋਕਾਂ ਦੇ ਕੁਝ ਕੰਮ ਵਾਸਤੇ ਉਹ ਉਤਰਦੇ ਸੀ। They could not do that work without the power of the Holy Spirit. ਉਹ ਲੋਕ ਪਵਿੱਤਰ ਆਤਮਾ ਦੀ ਸਮਰਥ ਦੇ ਬਿਨਾਂ ਉਹ ਕੰਮ ਨਹੀਂ ਕਰ ਸਕਦੇ। For example, Judges 11:29. ਜਿਵੇਂ ਜੱਜਿਸ 11:29 Then the Spirit of the Lord came upon Jephthah, and he passed over Gilead and Manasseh, and passed over Mizpeh of Gilead, and from Mizpeh of Gilead he passed over unto the children of Ammon. तब यहोवा का आत्मा सिप्ता में समा गया और वह गिलाद और मनश्शे से होकर गिलाद के
मिस्पे में आया और गिलाद के मिप्से से होकर अम्मोनियों की ओर चला। He defeated the Ammonites in the power of the Holy Spirit. ਉਹਨੇ ਅਮੋਨੀਆ ਨੂੰ ਪਵਿੱਤਰ ਆਤਮਾ ਦੀ ਸਮਰਥ ਦੇ ਨਾਲ ਹਰਾਇਆ। There are many examples in scripture. ਇਸ ਤਰ੍ਹਾਂ ਦੇ ਹੋਰ ਕਈ ਉਦਾਹਰਣ ਨੇ ਵਚਨ ਵਿੱਚ। Samson displayed extraordinary strength when the Holy Spirit was upon him. ਜਦੋਂ ਸੈਮਸਨ ਤੇ ਪਵਿੱਤਰ ਆਤਮਾ ਉਤਰਦਾ ਸੀ ਤੇ ਉਹਦੇ ਵਿੱਚ ਅਦਭੁਤ ਸ਼ਕਤੀ ਆਂਦੀ ਸੀ। People prophesied when the Holy Spirit came upon them. ਲੋਕੀ ਪਵਿੱਤਰ ਆਤਮਾ ਦੇ ਅਭਿਸ਼ੇਕ ਵਿੱਚ ਭਵਿੱਖਬਾਣੀਆਂ ਕਰਦੇ ਸੀ। Miracles were done when the Holy Spirit is upon them. ਉਹਨਾਂ ਦੀ ਅਭਿਸ਼ੇਕ ਦੇ ਵਿੱਚ ਚਮਤਕਾਰ ਹੁੰਦੇ ਸੀ। They foretold the future in some cases. ਕਈ ਗੱਲਾਂ ਵਿੱਚੋਂ ਆਉਣ ਵਾਲੇ ਭਵਿੱਖ ਦੀ ਗੱਲਾਂ ਦੱਸਦੇ ਸੀ। Many saw visions and dreams. ਲੋਕ ਜਿਹੜੇ ਸੁਪਨ ਤੇ ਦਰਸ਼ਨ ਦੇਖਦੇ ਸੀ। There is always some action when the Lord Holy Spirit is on you. ਜਦੋਂ ਤੁਹਾਡੇ ਤੇ ਪਵਿੱਤਰ ਆਤਮਾ ਜੀ ਉਤਰਦੇ ਨੇ ਉਦੋਂ ਕੋਈ ਨਾ ਕੋਈ ਕਾਰਜ ਦੀ ਜ਼ਰੂਰਤ ਹੁੰਦੀ ਹੈ। No one, after getting the Holy Spirit, will go about their regular work without doing God's work. ਜਿਨ੍ਹਾਂ ਤੇ ਪਵਿੱਤਰ ਆਤਮਾ ਉਤਰਦੀ ਹੈ ਉਹ ਆਮ ਕੰਮ ਦੇ ਨਾਲ ਪਰਮੇਸ਼ਵਰ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ। They did something for the Lord. ਉਹਨਾਂ ਨੇ ਪਰਮੇਸ਼ਵਰ ਉਸਤੇ ਕੰਮ ਕੀਤੇ। You can check the whole word of God. ਅਸੀਂ ਸਾਰਾ ਵਚਨ ਦੇਖ ਸਕਦੇ ਹਾਂ। They worked for God. ਉਹਨਾਂ ਨੇ ਪਰਮੇਸ਼ਵਰ ਸੇ ਕੰਮ ਕੀਤਾ। Only today's Christians, after receiving the anointing of the Holy Spirit, go about doing their work and they don't do God's work. ਸਿਰਫ ਅੱਜ ਕੱਲ ਦੇ ਸਮੇਂ ਜਿਹੜੇ ਮਸੀਹ ਲੋਕ ਹੈਗੇ ਨੇ ਉਹ ਪਵਿੱਤਰ ਆਤਮਾ ਜੀ ਦੇ ਅਭਿਸ਼ੇਕ ਤੋਂ ਬਾਅਦ ਵੀ ਆਪਣੇ ਜੀਵਨ ਦੇ ਕੰਮਾਂ ਵਿੱਚ ਹੀ ਲੱਗੇ ਰਹਿੰਦੇ। They are more busier in their work, worldly work, than God's work. ਉਹ ਜ਼ਿਆਦਾ ਜਿਹੜੇ ਵਿਅਸਤ ਹੈਗੇ ਨੇ ਉਹ ਆਪਣੇ ਸੰਸਾਰਿਕ ਕੰਮਾਂ 'ਚ ਨੇ ਨਾ ਕਿ ਪਰਮੇਸ਼ਵਰ ਦੇ। No time for prayer. प्रार्थना से समय नहीं। No time for Bible study. वचन पढ़ो से समय नहीं। No time for sharing the gospel. प्रचार से समय नहीं। No time for doing any of God's work. कोई भी परमेश्वर का काम कर से समय नहीं। It's very unique in the history of the church. कलीसिया ਦਾ ਇਤਿਹਾਸ ਵਿੱਚ ਬੜੀ ਅਜੀਬ ਗੱਲ ਹੈ। You see, people were in the first Christians in the first 3-4 centuries, they were being persecuted, hounded, and they were all the time eager to share the gospel. ਪਹਿਲੀ ਦੂਜੀ ਤੇ ਤੀਸਰੀ ਸੈਂਚੁਰੀ ਵਿੱਚ ਉਹਨਾਂ ਤੇ ਬਹੁਤ ਸਾਰੇ ਸਤਾਵ ਹੁੰਦੇ ਸੀ ਪਰ ਉਹਦੇ ਬਾਵਜੂਦ ਵੀ ਉਹ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਲਗਾਤਾਰ ਕਰਦੇ ਸੀ। Today we are interested to see how we can improve ourselves in this world. ਅੱਜ ਕੱਲ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਸੰਸਾਰ ਵਿੱਚ ਕਿਵੇਂ ਅੱਗੇ ਵਧਾ ਸਕਦੇ ਹਾਂ। There is something wrong. Either the anointing is wrong or we are wrong. We have to decide that. ਅਸੀਂ ਇਹ ਫੈਸਲਾ ਕਰਨਾ ਹੈ ਵੀ ਕੀ ਚੀਜ਼ ਗਲਤ ਹੈ ਜਾਂ ਅਭਿਸ਼ੇਕ ਗਲਤ ਹੈ ਜਾਂ ਜੀਵਨ ਦਾ ਤਰੀਕਾ ਗਲਤ ਹੈ। In the New Testament, ਨਵੇਂ ਨਿਯਮ ਵਿੱਚ there is a book called Acts of the Apostles. ਉਹ ਪ੍ਰੇਰਿਤਾਂ ਦੇ ਕੰਮ ਦੀ ਪੁਸਤਕ ਹੈ। I think it should be renamed Acts of the Holy Spirit. ਮੇਰੇ ਹਿਸਾਬ ਨਾਲ ਉਹਦਾ ਨਾਮ ਬਦਲ ਕੇ ਪਵਿੱਤਰ ਆਤਮਾ ਜੀ ਦੇ ਕੰਮ ਹੋਣਾ ਚਾਹੀਦਾ The ਹੈ। apostles and the Christians worked based on the input of the Lord Holy Spirit. ਕਿਉਂਕਿ ਮਸੀਹ ਲੋਕ ਤੇ ਪ੍ਰੇਰਿਤਾਂ ਨੇ ਪਵਿੱਤਰ ਆਤਮਾ ਜੀ ਦੇ ਨਿਰਦੇਸ਼ ਦੇ ਹਿਸਾਬ ਨਾਲ ਕੰਮ ਕੀਤੇ। The Spirit led Peter, Philip, Paul, and other apostles. ਪਵਿੱਤਰ ਆਤਮਾ ਦੀ ਅਗਵਾਈ 'ਚ ਪੌਲਸ ਜਿਹੜਾ ਹੈਗਾ ਸੀ ਤੇ ਪਤਰਸ ਸੀ ਤੇ ਯੋਹੰਨਾ ਸੀ ਇਹਨਾਂ ਨੇ ਕੰਮ ਕੀਤੇ। The Lord Holy Spirit gave directions in various cases. ਪਵਿੱਤਰ ਆਤਮਾ ਜੀ ਨੇ ਕਈ ਤਰੀਕੇ ਨਾਲ ਉਹਨਾਂ ਨੂੰ ਰਸਤੇ ਦਿਖਾਏ। He revealed the whole New Testament to Paul and other writers. ਉਹਨਾਂ ਨੇ ਨਵਾਂ ਨਿਯਮ ਜਿਹੜਾ ਹੈਗਾ ਪੌਲਸ ਨੂੰ ਤੇ ਹੋਰ ਲੇਖਕਾਂ ਨੂੰ ਦੱਸਿਆ। The complete book of Revelation was revealed in the Spirit. ਪੂਰਾ ਜਿਹੜਾ ਪ੍ਰਕਾਸ਼ਿਤ ਵਾਕਿਆ ਦੀ ਪੁਸਤਕ ਹੈਗੀ ਹੈ ਉਹ ਆਤਮਾ ਦੇ ਜ਼ਰੀਏ ਦੱਸੀ ਗਈ। John said in first chapter, I was in the Spirit on the Lord's day and I heard a voice, come hither. ਯੋਹੰਨਾ ਨੇ ਕਿਹਾ ਕਿ ਪਰਮੇਸ਼ਵਰ ਦੇ ਦਿਨ ਵਿੱਚ ਮੈਂ ਆਤਮਾ 'ਚ ਆ ਗਿਆ ਤੇ ਮੈਂ ਇੱਕ ਆਵਾਜ਼ ਸੁਣੀ। Lord Jesus demonstrated the necessity and the power of the Lord Holy Spirit in his daily life. ਪ੍ਰਭੂ ਯਿਸੂ ਮਸੀਹ ਨੇ ਵੀ ਆਪਣੇ ਰੋਜ਼ਮਰਰਾ ਦੇ ਦਿਨ ਵਿੱਚ ਪਵਿੱਤਰ ਆਤਮਾ ਦੇ ਕੰਮਾਂ ਨੂੰ ਦਰਸਾਇਆ। Luke 4:18. ਲੂਕਾ 4:18 The Spirit of the Lord is upon me because he has anointed me to preach the gospel to the poor. He has sent me to heal the brokenhearted, to preach deliverance to the captives and the recovering of the sight to the blind, to set at liberty them that are bruised. कि प्रभु का आत्मा मुझ पर है इसलिए कि उसने कंगालों को सुसमाचार सुनाने के लिए मेरा अभिषेक किया है और मुझे इसलिए भेजा है कि बंधुओं को छुटकारे का
और अंधों को दृष्टि पाने का सुसमाचार प्रचार करूं और कुचले हुओं को छुड़ाऊं। The Lord Jesus' life in all the four Gospels demonstrated the necessity of the Holy Spirit. ਪ੍ਰਭੂ ਯਿਸੂ ਮਸੀਹ ਦੇ ਪੂਰੇ ਜੀਵਨ ਵਿੱਚ ਪਵਿੱਤਰ ਆਤਮਾ ਜੀ ਦੀ ਜ਼ਰੂਰਤ ਦੇ ਨੂੰ ਦਰਸਾਇਆ ਗਿਆ। He was given the Holy Spirit without limit. ਉਹਨਾਂ ਨੂੰ ਪਵਿੱਤਰ ਆਤਮਾ ਜੀ ਦਾ ਅਭਿਸ਼ੇਕ ਅਸੀਮਿਤ ਤੌਰ ਤੇ ਦਿੱਤਾ ਗਿਆ। John 3:34 says, "For he whom God hath sent speaketh the words of God, for God giveth not the Spirit by measure unto him." यूहन्ना 3:34 ਕਹਿੰਦਾ ਹੈ, क्योंकि जिसे परमेश्वर ने भेजा है वह परमेश्वर की बातें कहता है, क्योंकि वह आत्मा नाप नाप कर नहीं देता। No measure, unlimited. बिना नापे हुए असीमित। He came as man. ਉਹ ਇਨਸਾਨ ਦੇ ਰੂਪ ਵਿੱਚ ਆਏ। He was to do an unlimited task, ਉਹਨਾਂ ਕੋਲ ਇੱਕ ਅਸੀਮਿਤ ਕੰਮ ਕਰਨ ਦਾ ਆਪਣਾ ਬੋਝ an ਸੀ, extraordinary task. ਇੱਕ ਅਜੀਬੋ ਗਰੀਬ ਕਿਤੇ ਕੰਮ। He was given the Holy Spirit without measure. ਇਸ ਕਰਕੇ ਉਹਨਾਂ ਨੂੰ ਅਭਿਸ਼ੇਕ ਪਵਿੱਤਰ ਆਤਮਾ ਦਾ ਅਭਿਸ਼ੇਕ ਅਸੀਮਿਤ ਦਿੱਤਾ ਗਿਆ। It is the same unlimited Lord Holy Spirit anointing which is given to every believer. ਉਹੀਓ ਜਿਹੜਾ ਸੀਮਿਤ ਅਭਿਸ਼ੇਕ ਹੈਗਾ ਉਹ ਹਰ ਇੱਕ ਵਿਸ਼ਵਾਸੀ ਨੂੰ ਦਿੱਤਾ ਜਾਂਦਾ ਹੈ। Don't go by the imagery of Holy Spirit as a dove. ਇਸ ਕਰਕੇ ਆਪਾਂ ਪਵਿੱਤਰ ਆਤਮਾ ਜੀ ਨੂੰ ਇੱਕ ਕਬੂਤਰ ਨਾ ਸਮਝੀਏ। There are only two references for him as a dove. ਸਿਰਫ ਦੋ ਪਰਮੇਸ਼ਰ ਦੇ ਵਚਨ ਦੀ ਜਗ੍ਹਾ ਉਹਨਾਂ ਨੂੰ ਇੱਕ ਕਬੂਤਰ ਦਾ ਦੱਸਿਆ ਗਿਆ। One place it says he came like a dove. ਇੱਕ ਜਗ੍ਹਾ ਲਿਖਿਆ ਕਿ ਉਹ ਕਬੂਤਰ ਦੇ ਮਾਨਿਦ ਆਏ। Another place it says in the shape of a dove. ਦੂਜੀ ਜਗ੍ਹਾ ਲਿਖਿਆ ਕਿ ਕਬੂਤਰ ਦੀ ਆਪਣਾ ਸ਼ਕਲ ਵਿੱਚ। That is not him. ਉਹ ਪਵਿੱਤਰ ਆਤਮਾ ਨਹੀਂ ਹੈਗੇ, That is not his form. ਉਹਨਾਂ ਦਾ ਇੱਕ ਰੂਪ ਹੀ ਨਹੀਂ ਹੈਗਾ। Showing him as a dove reduces who he really is. ਜੇ ਅਸੀਂ ਉਹਨਾਂ ਨੂੰ ਕਬੂਤਰ ਦਾ ਇੱਕ ਸ਼ਕਲ ਦੇਵਾਂਗੇ ਤੇ ਅਸੀਂ ਜੋ ਉਹਨਾਂ ਦੀ ਸ਼ਖਸੀਅਤ ਹੈ ਉਹਦੇ ਨਾਲ ਹਟ ਜਾਂਦੇ ਹਾਂ। In Acts 2 he came as a fiery tongue. ਪ੍ਰੇਰਿਤਾਂ ਦੇ ਕੰਮ 2 ਵਿੱਚ ਉਹ ਇੱਕ ਕੀ ਕਹਿੰਦੇ ਨੇ ਜੀਭਾਂ ਦੇ ਰੂਪ ਵਿੱਚ ਉਤਰੇ, Fiery tongue. ਅੱਗ ਵਾਲੀ ਜੀਭਾਂ ਦੇ ਰੂਪ ਵਿੱਚ ਉਤਰੇ। Nobody puts that ਕੋਈ ਨਹੀਂ ਦੱਸਦਾ because it's not convenient. ਕਿਉਂਕਿ ਉਹ ਸਹੂਲਤ ਨਹੀਂ ਹੈਗੀ। No one has seen the form of Lord Holy Spirit. ਕਿਸੇ ਨੇ ਵੀ ਪਵਿੱਤਰ ਆਤਮਾ ਜੀ ਦੇ ਰੂਪ ਨੂੰ ਨਹੀਂ ਦੇਖਿਆ। He is a spirit, ਉਹ ਆਤਮਾ ਨੇ but he is a person also. ਪਰ ਉਹ ਇੱਕ ਸ਼ਖਸੀਅਤ ਵੀ ਹੈਗੇ ਨੇ। Only in heaven we will see how he is, how he looks. ਸਿਰਫ ਸਵਰਗ 'ਚ ਅਸੀਂ ਦੇਖ ਪਾਵਾਂਗੇ ਉਹ ਕੌਣ ਨੇ ਤੇ ਕਿਵੇਂ ਨਗਦੇ ਨੇ। Maybe he looks exactly like Lord Jesus. ਹੋ ਸਕਦਾ ਉਹ ਸਿਰਫ ਪ੍ਰਭੂ ਯਿਸੂ ਮਸੀਹ ਤਰ੍ਹਾਂ ਲੱਗਦੇ ਹੋਣ। People say, I want to see Lord Jesus when I go to heaven. ਲੋਕ ਕਹਿੰਦੇ ਨੇ ਕਿ ਮੈਂ ਜਦੋਂ ਸਵਰਗ ਜਾਵਾਂ ਉਦੋਂ ਪ੍ਰਭੂ ਯਿਸੂ ਮਸੀਹ ਨੂੰ ਦੇਖਣਾ ਚਾਹੁੰਦਾ। When I go, I want to see Father, Son, Holy Spirit because all three have invested in my life. ਮੈਂ ਜਦੋਂ ਸਵਰਗ ਜਾਵਾਂਗਾ ਤੇ ਮੈਂ ਚਾਹਾਂਗਾ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਪਵਿੱਤਰ ਆਤਮਾ ਤਿੰਨੋਂ ਮਿਲਣ, ਕਿਉਂਕਿ ਤਿੰਨਾਂ ਨੇ ਮੇਰੇ ਜੀਵਨ ਵਿੱਚ ਕੰਮ ਕੀਤਾ। Together they're responsible for my call, my salvation and my life as a Christian. ਤਿੰਨੋਂ ਨੇ ਮਿਲ ਕੇ ਮੇਰੀ ਬੁਲਾਹਟ, ਮੇਰਾ ਆਪਣਾ ਜਨਮ ਉਹਨਾਂ ਵਿੱਚ ਤੇ ਮੇਰੇ ਕੰਮਾਂ ਨੂੰ ਆਪਣਾ ਵਧਾਇਆ। They work as one. ਉਹ ਇੱਕ ਬਣ ਕੇ ਕੰਮ ਕਰਦੇ ਨੇ। They are three but one. That is the great mystery of God. ਇਹ ਸਭ ਤੋਂ ਵੱਡਾ ਰਹੱਸ ਹੈਗਾ ਕਿ ਉਹ ਤਿੰਨ ਨੇ ਤੇ ਇੱਕ ਹੈਗੇ ਨੇ, ਇਹ ਪਰਮੇਸ਼ਵਰ ਦੇ ਕੰਮ ਨੇ। So the anointing is given to do God's work. ਇਸ ਕਰਕੇ ਅਭਿਸ਼ੇਕ ਪਰਮੇਸ਼ਵਰ ਦੇ ਕੰਮਾਂ ਵਾਸਤੇ ਦਿੱਤਾ ਜਾਂਦਾ ਹੈ, Not to sit simply at home. ਘਰ ਬੈਠਣ ਵਾਸਤੇ ਨਹੀਂ, Not to do our regular work. ਆਪਣਾ ਜ਼ਰੂਰੀ ਆਮ ਕੰਮ ਕਰਨ ਵਾਸਤੇ ਨਹੀਂ। Though it's possible for some of the anointing to rub off into your work. ਇਹ ਹੋ ਸਕਦਾ ਕਿ ਜਦੋਂ ਤੁਸੀਂ ਕੰਮ ਆਪਣਾ ਕੰਮ ਕਰੋ ਤੇ ਪਵਿੱਤਰ ਆਤਮਾ ਦੇ ਅਭਿਸ਼ੇਕ ਉਹਨੂੰ ਛੂਏ। When we don't do the work for which we are anointed, ਜਦੋਂ ਅਸੀਂ ਜਿਸ ਵਾਸਤੇ ਅਸੀਂ ਅਭਿਸ਼ੇਕ ਕੀਤੇ ਗਏ We ਆ are ਉਹ quench- ਕੰਮ ਨਹੀਂ ਕਰਦੇ, we are quenching the Holy Spirit. ਅਸੀਂ ਉਹਨਾਂ ਨੂੰ ਸ਼ੋਕਿਤ ਕਰਨੇ ਆ। When we fail to read God's word daily, ਜਦੋਂ ਅਸੀਂ ਰੋਜ਼ ਵਚਨ ਨਹੀਂ ਪੜ੍ਹਦੇ, when we fail to pray daily, ਜਦੋਂ ਪ੍ਰਾਰਥਨਾ ਰੋਜ਼ ਨਹੀਂ ਕਰਦੇ, when we fail to spend time with Him daily, ਜਦੋਂ ਰੋਜ਼ ਉਹਨਾਂ ਨਾਲ ਸਹਿਭਾਗਿਤਾ ਨਹੀਂ ਕਰਦੇ, we are offending Him. ਅਸੀਂ ਉਹਨਾਂ ਨੂੰ ਸ਼ੋਕਿਤ ਕਰਨੇ He ਆ। will be offended very easily. ਉਹਨਾਂ ਨੂੰ ਅਸੀਂ ਬਹੁਤ ਆਰਾਮ ਨਾਲ ਸ਼ੋਕਿਤ ਕਰ ਸਕਦੇ It ਹਾਂ। is, you know, sometimes I feel that offense is like how you offend a child. ਕਈ ਵਾਰੀ ਮੈਂ ਸੋਚ ਰਿਹਾ ਜਿਵੇਂ ਅਸੀਂ ਬੱਚੇ ਨੂੰ ਕੀ ਕਹਿੰਦੇ ਨੇ ਸ਼ੋਕਿਤ ਕਰਨੇ ਆ। That is so easily the child will get offended. ਛੋਟਾ ਬੱਚਾ ਬਹੁਤ ਜਲਦੀ ਨਾਰਾਜ਼ ਹੋ So we ਜਾਂਦਾ are ਹੈ, very careful.
ਤੇ ਆਪਾਂ ਧਿਆਨ ਰੱਖਨੇ ਆ but we are not careful in the presence of the Holy Spirit. ਪਰ ਅਸੀਂ ਪਵਿੱਤਰ ਆਤਮਾ ਜੀ ਦੀ ਮੌਜੂਦਗੀ ਤੇ ਉਸ ਤਰ੍ਹਾਂ ਧਿਆਨ ਨਹੀਂ ਰੱਖਦੇ 1 John 2:27 the Bible says, ਪਹਿਲਾ ਯੋਹੰਨਾ 2:27 but the anointing which ye have received of him abideth in you, and ye need not that any man teach you. But as the same anointing teacheth you of all things, and is truth, and is no lie, and even as it hath taught you, ye shall abide in him. और तुम्हारा वह अभिषेक जो उसकी ओर से किया गया तुम में बना रहता है, और तुम्हें इसका प्रयोजन नहीं कि कोई तुम्हें सिखाए, वरन जैसे वह अभिषेक जो उसकी ओर से किया गया तुम्हें सब बातें सिखाता है, और यह सच्चा है और झूठा नहीं, और जैसा उसने तुम्हें सिखाया है वैसे ही तुम उसमें बने रहते हो। The broader truth is taught by the preachers. जरा ਵੱਡਾ ਸੱਚ ਹੈਗਾ ਉਹ ਪ੍ਰਚਾਰਕ ਦੱਸਦੇ ਨੇ But your daily life, how you deal with the Lord, and you deal with your failures, is taught by the anointing. ਪਰ ਜੋ ਅਸੀਂ ਆਪਣਾ ਮੁਸ਼ਕਲਾਂ ਤੋਂ ਜਾਂ ਆਪਣੇ ਜੀਵਨ ਤੋਂ ਸਿੱਖਨੇ ਆ ਉਹ ਪਵਿੱਤਰ ਆਤਮਾ ਹੀ ਸਿਖਾਉਂਦੇ ਨੇ Our failures can only be dealt with the anointing. ਸਾਡੇ ਜਿਹੜੇ ਆਪਣਾ ਗਿਰਾਵਟ ਹੈਗੀ ਹੈ ਅਸੀਂ ਸਿਰਫ ਉਹਨਾਂ ਦੇ ਅਭਿਸ਼ੇਕ ਦੇ ਕਾਰਨ ਸਮਝ ਸਕਦੇ The ਹਾਂ weakness of our flesh is dealt by the anointing. ਆਪ ਅਸੀਂ ਆਪਣੇ ਸਰੀਰ ਦੀ ਕਮੀਆਂ ਵੀ ਉਹਨਾਂ ਦੀ ਅਭਿਸ਼ੇਕ ਨਾਲ ਸਮਝ ਸਕਦੇ ਹਾਂ I check my life at regular periods. ਮੈਂ ਆਪਣੇ ਜੀਵਨ ਦਾ ਨਿਰੀਖਣ ਕਰਨਾ ਬਾਰ-ਬਾਰ At that particular time, I will check if I overcome that weakness. If not, then I'll go double in prayer to the Lord Holy Spirit and say, Lord, that is still there in me. I want to get out of it. Mortify the deeds of the flesh. ਜੇ ਮੈਂ ਦੇਖਣਾ ਕਿ ਮੇਰੇ ਕੋਈ ਐਸੀ ਕਮਜ਼ੋਰੀ ਹੈਗੀ ਜਿੰਦੇ ਤੇ ਮੈਂ ਜਿੱਤ ਨਹੀਂ ਪਾਇਆ ਤੇ ਮੈਂ ਜ਼ਿਆਦਾ ਪ੍ਰਾਰਥਨਾ ਕਰਨਾ ਪਵਿੱਤਰ ਆਤਮਾ ਜੀ ਨੂੰ ਤਾਂ ਕਿ ਮੈਂ ਉਹ ਜੋ ਜਿਹੜੀ ਮੇਰੀ ਕਮੀ ਹੈਗੀ ਹੈ ਉਹਦੇ ਤੋਂ ਜਿੱਤ ਪਾ ਕੇ ਅੱਗੇ ਚੱਲ ਸਕਾਂ But today's Christians, I don't see the drive. ਪਰ ਅੱਜ ਕੱਲ ਦੇ ਮਸੀਹਾਂ ਵਿੱਚ ਉਹ ਮੈਂ ਇੱਛਾ ਨਹੀਂ ਵੇਖਦਾ Because the problems of a regular life are so much that they have no time for the Holy Spirit. ਕਿਉਂਕਿ ਸਾਡੇ ਜੀਵਨ ਵਿੱਚ ਇੰਨੀਆਂ ਸਾਰੀ ਸਮੱਸਿਆਵਾਂ ਕੀਤੀਆਂ ਹੋਈਆਂ ਨੇ ਕਿ ਸਾਡੇ ਕੋਲ ਉਹਨਾਂ ਪਵਿੱਤਰ ਆਤਮਾ ਵਾਸਤੇ ਸਮੇਂ ਨਹੀਂ ਹੈ In the New Testament, the anointing is the Holy Spirit. ਨਵੇਂ ਨਿਯਮ ਵਿੱਚ ਅਭਿਸ਼ੇਕ ਜਿਹੜਾ ਹੈਗਾ ਉਹ ਪਵਿੱਤਰ ਆਤਮਾ ਨੇ Each of us have been anointed and set apart for His work. ਅਸੀਂ ਸਾਰਿਆਂ ਨੂੰ ਪਰਮੇਸ਼ਵਰ ਨੇ ਅਭਿਸ਼ੇਕ ਕੀਤਾ ਹੈ ਤੇ ਅਲੱਗ ਕੰਮਾਂ ਵਾਸਤੇ ਤਿਆਰ ਕੀਤਾ He ਹੈ bears witness in our spirit. ਉਹ ਸਾਡੇ ਜਿਹੜੇ ਆਤਮਾ ਵਿੱਚ ਕੀ ਕਹਿੰਦੇ ਨੇ ਵਿਟਨੈਸ ਹੁੰਦੇ ਨੇ He opens the scripture for us. ਉਹ ਸਾਨੂੰ ਪਰਮੇਸ਼ਵਰ ਦਾ ਵਚਨ ਖੋਲ ਕੇ ਸਮਝਾਉਂਦੇ ਨੇ And when we don't understand, He is the one who counsels us. ਤੇ ਜਦੋਂ ਸਾਨੂੰ ਸਮਝ ਨਹੀਂ ਆਉਂਦਾ ਤੇ ਉਹ ਸਾਨੂੰ ਆਪਣਾ ਸਲਾਹ ਦਿੰਦੇ ਨੇ The disciples received the anointing in John 20:22. ਜਿਹੜੇ ਆਪਣਾ ਪ੍ਰੇਰਿਤ ਸੀਗੇ ਉਹ ਯੋਹੰਨਾ 20:22 ਚ ਉਹਨਾਂ ਨੂੰ ਆਤਮਾ ਮਿਲਿਆ And when He had said this, He breathed on them and said unto them, Receive ye the Holy Ghost. यह कहकर उसने उन पर फूंका और उनसे कहा पवित्र आत्मा लो You see, it is the breath of God. ਇਹ ਪਰਮੇਸ਼ਵਰ ਦਾ ਸਵਾਸ ਹੈ When God breathed on a body which was made out of dust, life came into that body. ਜਦੋਂ ਪਰਮੇਸ਼ਵਰ ਨੇ ਇੱਕ ਮਿੱਟੀ ਦੇ ਬੁੱਤ ਨੂੰ ਆਪਣਾ ਸਵਾਸ ਦਿੱਤਾ ਤੇ ਉਹ ਇਨਸਾਨ ਬਣਿਆ When He breathed on the disciples and commanded, Receive the Lord Holy Spirit, it would have taken place. ਜਦੋਂ ਉਹਨਾਂ ਨੇ ਚੇਲਿਆਂ ਤੇ ਆਪਣਾ ਸਵਾਸ ਫੂਕਿਆ ਤੇ ਉਹਨਾਂ ਤੇ ਪਵਿੱਤਰ ਆਤਮਾ ਦਾ ਅਭਿਸ਼ੇਕ ਆਇਆ This was the encounter of the disciples with the Lord after His resurrection. ਪ੍ਰਭੂ ਯਿਸੂ ਮਸੀਹ ਦੇ ਸਵਰਗ ਚਲੇ ਜਾਣ ਤੋਂ ਬਾਅਦ ਚੇਲਿਆਂ ਦਾ ਇਹ ਪਰਮੇਸ਼ਵਰ ਦੇ ਨਾਲ ਇੱਕ ਆਪਣਾ ਸਾਹਮਣਾ ਸੀ 3 years with Lord Jesus was a theoretical training. 3 ਸਾਲ ਪ੍ਰਭੂ ਯਿਸੂ ਮਸੀਹ ਦੇ ਨਾਲ ਇੱਕ ਉਹਨਾਂ ਨੂੰ ਥਿਓਰੀਟੀਕਲ ਟ੍ਰੇਨਿੰਗ ਸੀ The practical comes only with the help of the Lord Holy Spirit. ਜਿਹੜਾ ਅਸਲ ਜੀਵਨ ਹੈਗਾ ਉਹ ਪਵਿੱਤਰ ਆਤਮਾ ਜੀ ਦੇ ਸਹਿਭਾਗੀ It ਨਾਲ is the ਆਉਣਾ same with us. ਸਾਡੇ ਨਾਲ ਵੀ ਉਸ ਤਰ੍ਹਾਂ ਹੈ When we are born again, we receive the seal of the Holy Spirit. ਜਦੋਂ ਅਸੀਂ ਪੁਨਰ ਜਨਮ ਲੈਂਦੇ ਹਾਂ ਤੇ ਸਾਡੇ ਤੇ ਉਹਨਾਂ ਦੀ ਛਾਪ ਲੱਗਦੀ ਹੈ Ephesians 1:13. ਏਸੀ ਐਂਕ ਦਾ 13 In whom ye also trusted, after that ye heard the word of truth, the gospel of your salvation, in whom also after that ye believed, ye were sealed with the Holy Spirit of promise. और उसी में
तुम अब भी जब तुम में सत्य का वचन सुना जो तुम्हारे उद्धार का सुसमाचार है और जिस पर तुमने विश्वास किया, प्रतिज्ञा किए हुए पवित्र आत्मा की छाप लगी। Every person who receives Christ receives the Lord Holy Spirit. हर इंसान ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ ਉਹਨਾਂ ਨੂੰ ਪਵਿੱਤਰ ਆਤਮਾ ਮਿਲਦਾ ਹੈ। There is no difference. ਕੋਈ ਫਰਕ ਨਹੀਂ। Your body becomes the temple of Holy Spirit. ਤੁਹਾਡਾ ਸਰੀਰ ਪਵਿੱਤਰ ਆਤਮਾ ਦਾ ਮੰਦਿਰ ਬਣਦਾ ਹੈ। 1 Corinthians 6:19 the Bible says, ਪਹਿਲਾ ਕੁਰਿੰਥੀਆਂ 6:19 ਵਚਨ ਕਹਿੰਦਾ ਹੈ, What, know ye not that your body is the temple of the Holy Ghost which is in you, which ye have of God, and ye are not your own? क्या तुम नहीं जानते कि तुम्हारी देह पवित्र आत्मा का मंदिर है और जो तुम में बसा हुआ है और तुम्हारे परमेश्वर की ओर से मिला है और तुम अपने नहीं हो। You don't belong to yourself. ਤੁਸੀਂ ਹੁਣ ਆਪਣੇ ਖੁਦ ਦੇ ਨਹੀਂ ਹੋ। If you take an inventory of how many decisions you make without the Lord Holy Spirit, ਜੇ ਅਸੀਂ ਆਪਣਾ ਇਸ ਗੱਲ ਤੇ ਮੰਥਨ ਕਰੀਏ ਕਿ ਅਸੀਂ ਉਹਨਾਂ ਦੀ ਸਹਿਭਾਗਿਤਾ ਤੋਂ ਬਿਨਾਂ ਕਿੰਨੇ ਫੈਸਲੇ ਕਰਨੇ ਆ how many decisions we make in a day with the Lord Holy Spirit, ਤੇ ਕਿੰਨੇ ਫੈਸਲੇ ਅਸੀਂ ਉਹਨਾਂ ਦੀ ਸਹਿਭਾਗਿਤਾ ਦੇ ਨਾਲ ਕਰਨੇ ਆ, that ratio will determine whether you are following the Lord Holy Spirit or not. ਉਹ ਜਿਹੜਾ ਸਮੀਕਰਨ ਹੈਗਾ ਉਹ ਦੱਸੇਗਾ ਕਿ ਕਿਆ ਤੁਸੀਂ ਪਵਿੱਤਰ ਆਤਮਾ ਜੀ ਦੇ ਪਿੱਛੇ ਚੱਲ ਰਹੇ ਹੋ ਜਾਂ ਨਹੀਂ। The Lord Holy Spirit is the anointing. ਪਵਿੱਤਰ ਆਤਮਾ ਹੀ ਅਭਿਸ਼ੇਕ ਨੇ। He sets us apart from the non-believers. ਉਹ ਸਾਨੇ ਜਿਹੜੇ ਗੈਰ ਵਿਸ਼ਵਾਸੀ ਨੇ ਉਹਨਾਂ ਨਾਲੋਂ ਅਲੱਗ ਕਰਦੇ ਨੇ। Your connection with God is open. ਤੁਹਾਡਾ ਪਰਮੇਸ਼ਵਰ ਦਾ ਸੰਬੰਧ ਜਿਹੜਾ ਹੈਗਾ ਉਹ ਅਸੀਮਿਤ ਹੈ। In the term of internet, it is an unlimited bandwidth. ਜਿਵੇਂ ਇੰਟਰਨੈਟ ਦੀ ਭਾਸ਼ਾ 'ਚ ਉਹਨੂੰ ਅਨਲਿਮਿਟਿਡ ਡਾਟਾ ਕਵਾਂਗੇ। We approach the throne of grace freely. ਅਸੀਂ ਪਰਮੇਸ਼ਵਰ ਦੇ ਸਿੰਘਾਸਨ ਸਾਹਮਣੇ ਖੁੱਲੇ ਰੂਪ ਤੇ ਜਾਂਦੇ The ਹਾਂ। Holy of Holies is now accessible to the believer. ਜਿਹੜਾ ਪਵਿੱਤਰ ਦਾ ਪਵਿੱਤਰ ਜਗ੍ਹਾ ਹੈਗੀ ਏ ਉਹਦੇ ਤੇ ਅਸੀਂ ਵਿਸ਼ਵਾਸੀ ਜਾ We ਸਕਦੇ ਹਾਂ। no longer individuals, we are part of the church of the body of Christ. ਅਸੀਂ ਹੁਣ ਖੁਦ ਦੇ ਨਹੀਂ ਰਹੇ, ਅਸੀਂ ਇੱਕ ਪਰਮੇਸ਼ਵਰ ਦੀ ਕਲੀਸਿਆ ਦਾ ਹਿੱਸਾ ਹੈਗੇ ਹਾਂ। But we fail in this many times. ਪਰ ਅਸੀਂ ਇਹ ਕੰਮਾਂ 'ਚ ਆਮ ਤੌਰ ਤੇ ਨਾਕਾਮਯਾਬ ਹੁੰਦੇ ਹਾਂ। After being born again, our lives are not much different from when we were before born again. ਦੁਬਾਰਾ ਜਨਮ ਲੈਣ ਤੋਂ ਬਾਅਦ ਵੀ ਸਾਡਾ ਜਿਹੜਾ ਜੀਵਨ ਹੈਗਾ ਉਹ ਪਹਿਲੇ ਵਾਲੇ ਜੀਵਨ ਦੇ ਨਾਲ ਰਹਿੰਦਾ ਹੈ। For some reason, we fail to connect with the Lord Holy Spirit. ਕਿਸੇ ਕਾਰਨ ਅਸੀਂ ਉਹਨਾਂ ਨਾਲ ਸਹਿਭਾਗਿਤਾ ਨਹੀਂ ਰੱਖ ਪਾਉਂਦੇ। We are going on living our lives not in the direction given by the Lord Holy Spirit, ਅਸੀਂ ਆਪਣੇ ਜੀਵਨ 'ਚ ਉਹ ਕੰਮ ਨਹੀਂ ਕਰਦੇ ਜਿੰਦਾ ਕਿ ਨਿਰਦੇਸ਼ ਪਵਿੱਤਰ ਆਤਮਾ ਦਿੰਦੇ ਨੇ, but the direction where the pressures of life, pressures of work, pressures of business pushes us, we keep going and we think the Lord Holy Spirit is with us. It is a sad situation in many lives. ਪਰ ਸਾਨੂੰ ਜਿਹੜਾ ਆਪਣਾ ਸਰੀਰ ਦੀਆਂ ਆਪਣਾ ਮੁਸੀਬਤਾਂ ਕੰਮਾਂ ਦੀਆਂ ਹੋਰ ਚੀਜ਼ਾਂ ਦੇ ਜਿਹੜੇ ਆਪਣਾ ਦਬਾਅ ਹੈਗੇ ਨੇ ਅਸੀਂ ਉਸ ਪਾਸੇ ਜਾਣਾ ਸ਼ੁਰੂ ਕਰ ਦਿੰਦੇ ਆ ਤੇ ਸੋਚਨੇ ਆ ਕਿ ਪਵਿੱਤਰ ਆਤਮਾ ਵਾਲੇ ਪਾਸੇ ਜਾ ਰਹੇ ਆ। There are many days maybe we don't even talk to the Lord Holy Spirit. ਕਈ ਦਿਨ ਹੁੰਦੇ ਜਦੋਂ ਵੀ ਅਸੀਂ ਉਹਨਾਂ ਨਾਲ ਗੱਲ ਹੀ ਨਹੀਂ ਕਰਦੇ। We have to make a change, my dear brothers and sisters. ਇਸ ਕਰਕੇ ਸਾਨੂੰ ਆਪਣੇ ਵਿੱਚ ਬਦਲਾਅ ਲਿਆਉਣ ਦੀ ਲੋੜ We ਹੈ। need to empty ourselves of ourselves. ਸਾਨੂੰ ਆਪਣੇ ਆਪ ਨੂੰ ਆਪਣੇ ਆਪ ਤੋਂ ਖਾਲੀ ਕਰਨਾ ਹੈ We have to allow the infilling of the Holy Spirit. ਤਾਂ ਕਿ ਪਵਿੱਤਰ ਆਤਮਾ ਜੀ ਦੀ ਆਪਣਾ ਭਰਪੂਰੀ ਸਾਡੇ 'ਚ ਹੋਵੇ। What is filling of the Lord Holy Spirit? ਉਹਨਾਂ ਦੇ ਅਭਿਸ਼ੇਕ ਦੀ ਭਰਪੂਰੀ ਦਾ ਕੀ ਮਤਲਬ Giving ਹੈ? him control over every area of our lives. ਅਸੀਂ ਆਪਣੇ ਜੀਵਨ ਦੇ ਹਰ ਹਿੱਸੇ ਵਿੱਚ ਉਹਨਾਂ ਨੂੰ ਪੂਰਨ ਨਿਯੰਤਰਣ ਦਿੰਦੇ ਹਾਂ। My favorite verse, Romans 8:13 says, ਰੋਮੀਓ 8:13 ਮੇਰਾ ਖਾਸ ਵਰਸ ਹੈਗਾ। For if you live after the flesh, you will die, but if ye through the Spirit do modify the deeds of the body, you will live. क्योंकि यदि तुम शरीर के अनुसार दिन काटोगे तो मरोगे, यदि आत्मा से देह की क्रियाओं को मारोगे तो जीवित रहोगे। I love the Hindi translation. If you keep doing what the flesh, you will die. ਜਿਵੇਂ ਜੇ ਆਪਾਂ ਸਰੀਰ ਦੇ ਕੰਮੇ ਲੱਗੇ ਰਾਂਗੇ ਤੇ ਵਚਨ ਕਹਿੰਦਾ ਜ਼ਰੂਰ ਮਰਾਂਗੇ। Many dead Christians walking around. ਬਹੁਤ ਸਾਰੇ ਮਰੇ ਹੋਏ ਮਸੀਹ ਘੁੰਮਦੇ ਨੇ। We have signs of life, ਸਾਡੇ ਅੰਦਰ ਜੀਵਨ ਦੀ ਆਪਣਾ ਨਜ਼ਰ ਤਾਂ ਆਂਦਾ ਹੈ but we are dead.
ਪਰ ਅਸੀਂ ਮਰਿਆਂ ਦੇ We ਬਰਾਬਰ ਹਾਂ। don't have a relationship with God. ਸਾਡਾ ਪਰਮੇਸ਼ਵਰ ਨਾਲ ਕੋਈ ਸੰਬੰਧ ਨਹੀਂ ਹੈ। We don't know who God is. ਸਾਨੂੰ ਪਤਾ ਨਹੀਂ ਰੱਬ ਕੌਣ We ਹੈ। only know about God. ਸਾਨੂੰ ਰੱਬ ਦੇ ਬਾਰੇ ਪਤਾ We ਹੈ। don't know who the Lord Holy Spirit is. ਸਾਨੂੰ ਪਤਾ ਨਹੀਂ ਪਵਿੱਤਰ We ਆਤਮਾ know ਕੌਣ ਹੈ। about the Lord Holy ਅਸੀਂ Spirit. ਉਹਨਾਂ ਦੇ ਬਾਰੇ ਜਾਣਦੇ We ਹਾਂ। have confession with our mouth, ਅਸੀਂ ਆਪਣੇ ਮੂੰਹ ਨਾਲ ਤਾਂ ਇਕਰਾਰ ਕਰਦੇ ਹਾਂ, but life doesn't support it. ਪਰ ਸਾਡਾ ਜੀਵਨ ਨਹੀਂ ਦਰਸਾਉਂਦਾ। Year after year, month after month, day after day, we remain the same. ਸਾਲੋ ਸਾਲ, ਮਹੀਨੋ ਮਹੀਨੋ, ਦਿਨੋ ਦਿਨ ਅਸੀਂ ਉਹੀਓ ਰਹਿੰਦੇ ਹਾਂ। There is no growth in our lives. ਸਾਡੇ ਵਿੱਚ ਕੋਈ ਉન્નਤੀ ਨਹੀਂ, Because we get a promotion, ਕਿਉਂਕਿ ਸਾਨੂੰ ਤਰੱਕੀ ਮਿਲਦੀ ਹੈ, our business gets busy, ਕੰਮ ਬਿਹਤਰ ਹੁੰਦਾ ਹੈ, our, we become very economically good. ਅਸੀਂ ਆਪਣਾ ਪੈਸੇ ਵਿੱਚ ਬਿਹਤਰ ਹੁੰਨੇ ਆ। We think God is blessing us. ਅਸੀਂ ਸੋਚਨੇ ਆ ਪਰਮੇਸ਼ਵਰ ਸਾਨੂੰ ਆਪਣਾ ਅਭਿਸ਼ੇਕ ਕਰ ਰਿਹਾ ਹੈ, But it is opposite, my dear brothers and ਪਰ sisters. ਇਹ ਉਹਦਾ ਉਲਟਾ ਹੈਗਾ। It is without spiritual growth, worldly prosperity is useless. ਰੂਹਾਨੀ ਤਰੱਕੀ ਤੋਂ ਬਿਨਾ ਜਿਹੜੀ ਸੰਸਾਰਿਕ ਤਰੱਕੀ ਉਹ ਬੇਕਾਰ ਹੈ। Because God is allowing your worldly things to progress, and you will keep pushing away the spiritual part of your life. ਕਿਉਂਕਿ ਪਰਮੇਸ਼ਵਰ ਜੇ ਤੁਹਾਨੂੰ ਸੰਸਾਰਿਕ ਕੰਮਾਂ ਵਧਾ ਰਿਹਾ ਹੈ ਤੇ ਤੁਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਛੋੜਦੇ ਚਲੇ ਜਾਓਗੇ। Take care that when you go to the wedding feast, you still have the wedding garment. If not, there'll be gnashing of teeth. ਇਹ ਧਿਆਨ ਰੱਖੋ, ਜਦੋਂ ਤੁਸੀਂ ਸ਼ਾਦੀ 'ਚ ਬੁਲਾਏ ਜਾਂਦੇ ਹੋ ਤੇ ਤੁਹਾਡੇ ਕੋਲ ਸ਼ਾਦੀ ਦੇ ਕੱਪੜੇ ਹੋਣ, ਨਹੀਂ ਤਾਂ ਉਹ ਕਹਿੰਦੇ ਨੇ ਬਾਹਰ ਨਿਕਾਲ ਕੇ ਤੇ ਦੰਦਾਂ ਦਾ ਪੀਸਣਾ ਹੋਏਗਾ। The wedding garment is to become like Lord Jesus Christ. ਸ਼ਾਦੀ ਦਾ ਜਿਹੜਾ ਕੱਪੜੇ ਹੈਗੇ ਨੇ ਉਹ ਪਹਿਨ ਕੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਸਮਾਨ ਹੋ ਜਾਂਦੇ ਹਾਂ। If you gain the whole world and lose your soul, what use is it, my dear brothers and sisters? ਅਸੀਂ ਜੇ ਸਾਰੇ ਸੰਸਾਰ ਤੇ ਜਿੱਤ ਪਾ ਲਈ ਤੇ ਆਪਣੀ ਆਤਮਾ ਖੋਤਾ ਤੇ ਉਹਦਾ ਕੀ ਫਾਇਦਾ ਹੈ? The world is not our best life. ਸੰਸਾਰਿਕ ਜੀਵਨ ਸਾਡੀ ਅੱਛਾ ਜੀਵਨ ਨਹੀਂ ਹੈਗਾ। Our best life is in heaven, in the presence of Lord Jesus Christ. ਸਾਡਾ ਜਿਹੜਾ ਉੱਤਮ ਜੀਵਨ ਹੈ ਉਹ ਸਵਰਗ ਜਗ੍ਹਾ ਹੈ, ਪ੍ਰਭੂ ਯਿਸੂ ਮਸੀਹ ਦੇ ਸਹਿਭਾਗਿਤਾ ਵਿੱਚ। I counsel you to check your lives. ਮੈਂ ਤੁਹਾਨੂੰ ਅਗਾਹ ਕਰਨਾ, ਆਪਣੇ ਜੀਵਨ ਨੂੰ ਪਰਖੋ। Are you closer to God today than last month? ਕਿਆ ਤੁਸੀਂ ਪਰਮੇਸ਼ਵਰ ਦੇ ਅੱਜ ਉਹਨੇ ਜ਼ਿਆਦਾ ਸਮੀਪ ਹੋ ਜਿੰਨਾ ਕਿ ਪਿਛਲੇ ਮਹੀਨੇ ਸੀਗੇ? Have you personally experienced Him more than last month? ਕਿਆ ਤੁਸੀਂ ਨਿੱਜੀ ਤੌਰ ਤੇ ਉਹਨਾਂ ਨੂੰ ਜ਼ਿਆਦਾ ਤਜਰਬਾ ਕੀਤਾ ਹੈ ਬਨਿਸਬਤ ਕਿ ਪਿਛਲੇ ਮਹੀਨੇ? If not, you need some intensive treatment with the Lord Holy Spirit. ਜੇ ਤੁਸੀਂ ਨਹੀਂ ਕੀਤਾ ਤੇ ਜ਼ਰੂਰੀ ਹੈ ਕਿ ਤੁਸੀਂ ਪਵਿੱਤਰ ਆਤਮਾ ਦੇ ਨਾਲ ਬਹੁਤ ਜ਼ਿਆਦਾ ਸਹਿਭਾਗਿਤਾ ਕਰਕੇ ਪੂਰਾ ਕਰੋ। The anointing teaches us. ਅਭਿਸ਼ੇਕ ਸਿਖਾਉਂਦਾ ਹੈ, He guides us. ਰਸਤਾ ਦਿਖਾਉਂਦਾ ਹੈ, He counsels us. ਸਲਾਹ ਦਿੰਦਾ ਹੈ। He whispers in our ear, this is the right way, go in it. ਉਹ ਸਾਡੇ ਕੰਨ ਫੁਸਫੁਸਾਉਂਦੇ ਨੇ ਕਿ ਇਹ ਸਹੀ ਰਸਤਾ, ਇੱਥੇ ਚੱਲ। That is the anointing, my dear brothers and sisters. ਇਹਨੂੰ ਅਭਿਸ਼ੇਕ ਕਹਿੰਦੇ ਨੇ। Now we will look into the baptism of the Holy Spirit. ਹੁਣ ਅਸੀਂ ਪਵਿੱਤਰ ਆਤਮਾ ਜੀ ਦੇ ਬਪਤਿਸਮੇ ਨੂੰ ਦੇਖਾਂਗੇ। This is what it was prophesied by John that Lord Jesus will do. ਯੋਹੰਨਾ ਨੇ ਐਲਾਨ ਕੀਤਾ ਕਿ ਪ੍ਰਭੂ ਯਿਸੂ ਮਸੀਹ ਕਰਨਗੇ। Luke 3:16. ਲੂਕਾ 3:16। John answered and said unto them all, I indeed baptize you with water, but one mightier than I cometh, the latchet of whose shoes I am not worthy to unloose. He shall baptize you with Holy Ghost and with fire. तो यूहन्ना ने उन सबसे उत्तर में कहा कि मैं तो तुम्हें पानी से बपतिस्मा देता हूँ, परंतु वह आने वाला है जो मुझसे शक्तिशाली है, मैं तो इस योग्य भी नहीं कि उसके जूते का बंद खोल सकूं, वह तुम्हें पवित्र आत्मा और आग से बपतिस्मा देगा। The word baptism is from the Greek word called baptizo. मेरा बपतिस्मे का शब्द ग्रीक वर्ड बैप्टाइजो तो है। Baptizo means immerse or submerge. बैप्टाइजो का मतलब है कि पानी दे विच डुबोना। This word is used in every language. They have not made an equivalent word. It's used in every language and it has become part of that language. ਤੇ ਇਹ ਜਿਹੜਾ ਸ਼ਬਦ ਹੈ ਗ੍ਰੀਕ ਸ਼ਬਦ ਹੈ, ਇਹ ਹਰ ਭਾਸ਼ਾ ਵਿੱਚ ਐਸੀ ਤਰ੍ਹਾਂ ਕਿਹਾ ਜਾਂਦਾ ਹੈ। Just like water baptism, ਜਿਸ ਤਰ੍ਹਾਂ ਪਾਣੀ ਦਾ ਬਪਤਿਸਮਾ, which is an outward experience of the inner change, ਜਿਹੜਾ ਕਿ ਬਾਹਰੀ ਬਦਲਾਵ ਨਜ਼ਰ ਆਉਂਦਾ ਹੈ, ਅੰਦਰਲੇ ਬਦਲਾਵ ਦੇ ਬਾਰੇ। the baptism of the Lord Holy Spirit ਪਵਿੱਤਰ ਆਤਮਾ ਦਾ ਬਪਤਿਸਮਾ is the outward expression of the Holy Spirit of the work He is doing inside you.
ਉਹ ਪਵਿੱਤਰ ਆਤਮਾ ਜਿਹਦਾ ਬਾਹਰੀ ਦਰਸ਼ਨ ਹੈ, ਜਿਹੜਾ ਕੰਮ ਉਹਨਾਂ ਨੇ ਤੁਹਾਡੇ ਅੰਦਰ ਕੀਤਾ। Let me repeat. ਦੁਬਾਰਾ ਕਹਿਣਾ, Just as water baptism is the outward expression of the inner change, ਜਿਵੇਂ ਪਾਣੀ ਦਾ ਬਪਤਿਸਮਾ ਬਾਹਰਲੇ ਬਦਲਾਅ ਦਿਖਾਉਂਦਾ ਜਿਹੜਾ ਕਿ ਅੰਦਰ ਹੋਇਆ, the baptism of the Holy Spirit is the outward expression of the Holy Spirit based on what the Lord Holy Spirit is doing inside us. ਤੇ ਪਵਿੱਤਰ ਆਤਮਾ ਦਾ ਬਪਤਿਸਮਾ ਜੋ ਅਸੀਂ ਬਾਹਰ ਕਰਨੇ ਆ, ਉਹ ਜਿਹੜਾ ਕਿ ਪਵਿੱਤਰ ਆਤਮਾ ਜੀ ਨੇ ਸਾਡੇ ਅੰਦਰ ਕੀਤਾ। The scripture is very consistent. ਵਚਨ ਆਪ ਸਾਫ਼ ਦੱਸਦਾ ਹੈ। There are some signs which accompany the baptism of the Holy Spirit as similar to water baptism. ਕੁਝ ਚਿੰਨ੍ਹ ਹੈਗੇ ਨੇ ਜਿਹੜੇ ਪਵਿੱਤਰ ਆਤਮਾ ਜੀ ਦਾ ਬਪਤਿਸਮਾ ਦੇ ਪਾਣੀ ਦੇ ਬਪਤਿਸਮੇ ਸਾਂਝੇ ਨੇ। In baptism of water, we are immersed in water just as identifying with the death and resurrection of Lord Jesus Christ. ਪਾਣੀ ਦੇ ਬਪਤਿਸਮੇ ਅਸੀਂ ਪਾਣੀ ਦੇ ਵਿੱਚ ਕੀਤੇ ਜਾਂਦੇ ਆ ਕਿ ਜਿਹੜਾ ਕਿ ਪ੍ਰਭੂ ਯਿਸੂ ਮਸੀਹ ਦੇ ਮੁੱਦਿਆਂ ਚੋਂ ਜੀ ਉੱਠਣ ਦਿਖਾਉਂਦਾ ਹੈ। In the baptism of the Lord Holy Spirit, ਤੇ ਪਵਿੱਤਰ ਆਤਮਾ ਦੇ ਬਪਤਿਸਮੇ 'ਚ we come out with boldness, ਅਸੀਂ ਆਪਣਾ ਮਜ਼ਬੂਤੀ ਨਾਲ ਬਾਹਰ ਆਉਂਦੇ ਆ, tongues, ਗੈਰ ਜ਼ੁਬਾਨ, gifts of the Spirit, ਉਹਨਾਂ ਦੇ ਤੋਹਫੇ and some other signs. ਤੇ ਹੋਰ ਕੁਝ ਚਿੰਨ੍ਹ। If you compare it to the life of Lord Jesus Christ, ਜੇ ਇਸ ਨੂੰ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਨਾਲ ਮਿਲਾਈਏ, he went into ministry only after being baptized of the Lord Holy Spirit. ਉਹ ਉਹਨਾਂ ਨੇ ਆਪਣੀ ਸੇਵਕਾਈ ਪਵਿੱਤਰ ਆਤਮਾ ਜੀ ਦੇ ਬਪਤਿਸਮੇ ਤੋਂ ਬਾਅਦ ਸ਼ੁਰੂ ਕੀਤੀ। He was always filled with the Lord Holy Spirit from the day he was water baptized by John. ਉਹ ਹਮੇਸ਼ਾ ਪਵਿੱਤਰ ਆਤਮਾ ਜੀ ਬਪਤਿਸਮੇ ਨਾਲ ਪਰਿਪੂਰਨ ਸੀਗੇ ਜਦੋਂ ਉਹਨਾਂ ਨੂੰ ਯੋਹੰਨਾ ਨੇ ਬਪਤਿਸਮਾ ਦਿੱਤਾ। And the direction of his ministry changed. ਤੇ ਉਹਨਾਂ ਦੀ ਸੇਵਕਾਈ ਨੂੰ ਇੱਕ ਨਵਾਂ ਮੋੜ ਮਿਲਿਆ। And we see that all through the four Gospels, everything Lord Jesus did was empowered by the Lord Holy Spirit. ਤੇ ਅਸੀਂ ਦੇਖਦੇ ਹਾਂ ਚਾਰੋਂ ਜਿਹੜੇ ਗੋਸਪਲ ਹੈਗੀਆਂ ਨੇ ਉਹਦੇ ਵਿੱਚ ਉਹਨਾਂ ਦੇ ਜਿਹੜੇ ਕੰਮ ਸੀਗੇ ਉਹ ਪਵਿੱਤਰ ਆਤਮਾ ਜੀ ਦੇ ਸਮਰਥ ਦੇ ਸੀਗੇ। It is a great ministry of the Lord Holy Spirit. ਇਹ ਪਵਿੱਤਰ ਆਤਮਾ ਜੀ ਦੀ ਸੇਵਕਾਈ ਹੈਗੀ He ਵੱਡੀ। will take what the Father knows about us. ਇਹ ਦੱਸਦਾ ਹੈ ਜੋ ਪਿਤਾ ਪਰਮੇਸ਼ਰ ਸਾਡੇ ਬਾਰੇ ਜਾਣਦੇ ਨੇ, He will bring it into our terms. ਉਹ ਉਹਨੂੰ ਸਾਡੇ ਤਰੀਕੇ ਨਾਲ ਲੈ ਕੇ ਆਉਂਦੇ ਨੇ And he will counsel us what to do. ਤੇ ਸਾਨੂੰ ਉਹ ਸਿਖਾਉਂਦੇ ਨੇ ਸਾਨੂੰ ਕੀ ਕਰਨਾ ਹੈ। I feel sad for Christians who don't know the fellowship of Lord Holy Spirit. ਮੈਨੂੰ ਉਹ ਮਸੀਹਾਂ ਤੇ ਦੁੱਖ ਹੁੰਦਾ ਹੈ ਜਿਹੜੇ ਕਿ ਪਵਿੱਤਰ ਆਤਮਾ ਜੀ ਦੀ ਸਹਿਭਾਗਿਤਾ ਨੂੰ ਨਹੀਂ ਜਾਣਦੇ। It's a wonderful experience. ਇਹ ਇੱਕ ਬੜਾ ਗਜਬ ਦਾ ਤਜਰਬਾ ਹੈ। Cannot be replaced by anything on this earth. ਇਹਨੂੰ ਸੰਸਾਰ ਦੇ ਕਿਸੇ ਚੀਜ਼ ਨਾਲ ਵੀ ਬਦਲਿਆ ਨਹੀਂ ਜਾ ਸਕਦਾ। So the baptism of the Lord Holy Spirit is an experience described in Scripture. ਇਸ ਕਰਕੇ ਜਿਹੜਾ ਉਹਨਾਂ ਦਾ ਪਵਿੱਤਰ ਆਤਮਾ ਦਾ ਬਪਤਿਸਮਾ ਹੈਗਾ ਉਹ ਵਚਨ ਵਿੱਚ ਲਿਖਿਆ ਗਿਆ। We are going to study the incidents in the book of Acts. ਅਸੀਂ ਪ੍ਰੇਰਿਤਾਂ ਦੇ ਨਿਯਮ ਦਾ ਵਾਕਿਆ ਦੇਖਾਂਗੇ। There are 4 unique incidents. 4 ਅਦਭੁਤ ਕੰਮ ਹੋਏ ਨੇ। In each incident there is something special ਚਾਰਾਂ ਵਿੱਚ ਕੋਈ ਨਾ ਕੋਈ ਖਾਸ ਗੱਲ ਹੈ that we today take it for granted. ਜਿਹਨੂੰ ਅਸੀਂ ਅੱਜ ਹਲਕੇ 'ਚ ਲੈਂਦੇ ਹਾਂ। And we don't realize that the Lord Holy Spirit has made it in such a way that we can receive we receive the baptism of the Spirit. ਕਿ ਪਵਿੱਤਰ ਆਤਮਾ ਜੀ ਨੇ ਇਹ ਚੀਜ਼ਾਂ ਨੂੰ ਇਸ ਚਾਰ ਚੀਜ਼ਾਂ ਨੂੰ ਐਵੇਂ ਦੱਸਿਆ ਹੈ ਜਿੰਦੇ ਜ਼ਰੀਏ ਅਸੀਂ ਉਹਨਾਂ ਦਾ ਅਭਿਸ਼ੇਕ ਲੈ ਸਕੀਏ। The first one is Acts 2, 1 to 4. ਪਹਿਲਾ ਹੈਗਾ ਪ੍ਰੇਰਿਤਾਂ ਦੇ ਕੰਮ 2 ਦਾ 1 ਤੋਂ 4। When the day of Pentecost arrived, they were all together in one place, and suddenly there came from heaven a sound like a mighty rushing wind, and it filled the entire house where they were sitting. And divided tongues as of fire appeared to them and rested on each one of them. And they were all filled with the Holy Spirit and began to speak in other tongues as the Spirit gave them utterance. जब पेंटाकोस्ट का दिन आया तो वे सब एक जगह इकट्ठे थे और एकाएक आकाश से बड़ी आंधी की सी सनसनाहट का शब्द हुआ और उससे सारा घर जहाँ वे बैठे थे गूंज गया और उन्हें आग की सी जीभें फटती हुई दिखाई दी और उनमें से हर एक पर आ ठहरी और वे सब पवित्र आत्मा से भर गए और जिस प्रकार आत्मा ने उन्हें बोलने का सामर्थ्य दी वे अन्य अन्य भाषा बोलने लगे। It looked like the tongue came one and divided and settled on about 120 people were there that day. ਇਸ ਤਰ੍ਹਾਂ ਲੱਗਿਆ ਕਿ ਇੱਕ ਵੱਡੀ ਜੀਭ ਆਈ
ਅੱਗ ਦੀ ਬਣੀ ਹੋਈ ਜਿਹੜੀ ਕਿ 120 ਬੰਦਿਆਂ ਤੇ ਅਲੱਗ-ਅਲੱਗ ਹੋ ਕੇ ਠਹਿਰ ਗਈ। They were endued with power as the Lord Jesus told them, stay in Jerusalem till you are endued from power, the Lord Holy Spirit will come upon you. ਤੇ ਜਿਵੇਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਜਰੂਸਲਮ ਵਿੱਚ ਠਹਿਰੇ ਰਹੋ ਜਿਸ ਤੱਕ ਤੁਹਾਡੇ ਉੱਤੇ ਪਵਿੱਤਰ ਆਤਮਾ ਜੀ ਨਹੀਂ ਉਤਰਨ। They endued with power and they spake in other tongues. ਉਹਨਾਂ ਨੂੰ ਸਮਰਥ ਮਿਲੀ ਤੇ ਉਹਨਾਂ ਨੇ अन्य ਭਾਸ਼ਾ ਬੋਲੀਆਂ। Are tongues the sign of the baptism of the Spirit? ਕਿਆ अन्य ਭਾਸ਼ਾ ਬੋਲਣਾ ਇੱਕ ਸੰਕੇਤ ਹੈਗਾ ਉਹਨਾਂ ਦੇ ਬਪਤਿਸਮੇ ਦਾ? The short answer is no, but we will defer it for later. ਉਹਦਾ ਜਿਹੜਾ ਸੰਖਿਪਤ ਜਵਾਬ ਹੈਗਾ ਉਹ ਨਹੀਂ, ਪਰ ਆਪਾਂ ਇਹਦੇ ਬਾਰੇ ਸਿੱਖਾਂਗੇ ਬਾਅਦ ਚ। This baptism of the Lord Holy Spirit was manifest with signs. ਇਹ ਜਿਹੜਾ ਬਪਤਿਸਮਾ ਸੀਗਾ ਇਹ ਇੱਕ ਚਮਤਕਾਰ ਦੇ ਜ਼ਰੀਏ ਨਜ਼ਰ ਆਇਆ, Especially foreign tongues. ਖਾਸ ਕਰਕੇ ਜੀਭਾਂ ਦਾ ਉਤਰਨਾ ਚੇਲਿਆਂ ਤੇ। There's a reason why these foreign tongues came. ਇੱਕ ਕਾਰਨ ਹੈ ਜਿਸ ਕਰਕੇ ਇਹ ਜ਼ਬਾਨਾਂ ਆਈਆਂ ਉਹਨਾਂ ਤੇ। Because if you see Acts 1:8, chapter 1 verse 8, you may not have it there. It says, Lord Jesus, that you have to be witness to Jerusalem, Judea, and all the ends of the earth. 1:8 Yeah. परंतु जब पवित्र आत्मा तुम पर आएगा तब तुम समर्थ पाओगे और यरूशलेम और सारे यहूदिया और सारे समरिया और पृथ्वी की छोर तक मेरे गवाह होगे। They were all people come from all over the world to Jerusalem because it was Pentecost. सारे जेरे पेंटाकॉस्ट दे दिन उस दिन यरूशलेम विच अलग-अलग जगह तो लोग आए। And they were speaking in tongues to all these people. ते ओ जेरे चेले सीगे ओ सारिਆਂ ਦੀ ਭਾਸ਼ਾ ਵਿੱਚ ਬੋਲਦੇ ਸੀ। And you notice if you read the second chapter, not everyone who saw them being filled or who were listening to the message were filled with the Lord Holy Spirit. ਅਸੀਂ ਦੇਖਦੇ ਹਾਂ ਕਿ ਸਾਰੇ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਭਰਪੂਰ ਹੁੰਦੇ ਦੇਖਿਆ ਤੇ ਗੈਰ ਜ਼ੁਬਾਨਾਂ ਬੋਲਦੇ ਦੇਖਿਆ ਉਹਨਾਂ ਤੇ ਜੀਬਾਂ ਨਹੀਂ ਉਤਰੀਆਂ ਸਾਰਿਆਂ ਤੇ। But only the 3,000 people who repented and accepted Christ were baptized in the Spirit. ਪਰ ਉਹੋ 3000 ਲੋਕ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਕੇ ਪਛਤਾਵਾ ਕੀਤਾ ਉਹਨਾਂ ਤੇ ਉਤਰਿਆ। So the Lord Holy Spirit came upon them. ਐਸ ਕਰਕੇ ਪਵਿੱਤਰ ਆਤਮਾ ਜੀ ਉਹਨਾਂ ਤੇ ਉਤਰੇ। There is a second incident in the book of Acts. ਦੂਜਾ ਪ੍ਰੇਰਿਤਾਂ ਦੇ ਕੰਮ ਵਿੱਚ ਵਾਕਿਆ in 8, Acts 8. ਪ੍ਰੇਰਿਤਾਂ ਦੇ ਕੰਮ 8। After Stephen was killed, their disciples scattered everywhere. ਜਦੋਂ ਸਟੀਫਨਸ ਨੂੰ ਪਥਰਾਵ ਕਰਕੇ ਮਾਰਤਾ ਗਿਆ ਤੇ ਸਾਰੇ ਪ੍ਰੇਰਿਤ ਤੇ ਚੇਲੇ ਸੀਗੇ ਉਹ ਅਲੱਗ-ਅਲੱਗ ਜਗ੍ਹਾ ਬਿਖਰ ਗਏ। Philip went down to Samaria ਤੇ ਫਿਲਿਪ ਸਮੇਰੀਆ ਗਿਆ and preached Christ. ਤੇ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕੀਤਾ। He did great miracles. ਅਦਭੁਤ ਕੰਮ ਹੋਏ। Many believed. There was a revival sort of thing. ਬਹੁਤ ਲੋਕਾਂ ਨੇ ਵਿਸ਼ਵਾਸ ਕੀਤਾ ਤੇ They were baptized, ਬੇਦਾਰੀ ਆਈ ਤੇ ਬਪਤਿਸਮਾ ਲਿਆ, including Simon the sorcerer. ਜਿਹੜਾ ਸਾਈਮਨ ਆਪਣਾ ਟੂਣਾ ਕਰਨ ਵਾਲਾ ਸੀ ਉਹ ਵੀ ਮਿਲਿਆ। This is what I want to point out here. ਇੱਥੇ ਮੈਂ ਕਹਿਣਾ ਚਾਹਨਾ Simon the sorcerer acted like as if he believed. ਸਾਈਮਨ ਜਿਹੜਾ ਟੂਣਾ ਕਰਨ ਵਾਲਾ ਸੀ ਉਹ ਇਸ ਤਰ੍ਹਾਂ ਦਿਖਾਉਂਦਾ ਸੀ ਕਿ ਉਹ ਵਿਸ਼ਵਾਸ ਕਰਦਾ ਹੈ। And he was baptized also. ਬਪਤਿਸਮਾ ਵੀ ਲਿਆ ਉਹਨੇ। Just because you get baptized doesn't mean you have earned anything with God. ਇਹ ਜਦੋਂ ਆਪਾਂ ਬਪਤਿਸਮਾ ਲੈ ਲੈਂਦੇ ਆ ਇਹਦਾ ਮਤਲਬ ਨਹੀਂ ਕਿ ਤੁਸੀਂ ਪਰਮੇਸ਼ਵਰ ਕੋਲੋਂ ਕੁਝ ਕਮਾ ਲਿਆ। So the disciples in Samaria sent a message to Jerusalem. ਤੇ ਜਿਹੜੇ ਆਪਣਾ ਚੇਲੇ ਸੀਗੇ ਸਮੇਰੀਆ ਵਿੱਚ ਉਹਨਾਂ ਨੇ ਜਰੂਸਲਮ ਸੰਦੇਸ਼ ਭੇਜਿਆ। So they sent Peter and John with to pray for the Holy Spirit. ਤੇ ਉਹਨਾਂ ਨੇ ਆਪਣਾ ਪਤਰਸ ਨੂੰ ਤੇ ਯੋਹੰਨਾ ਨੂੰ ਬੁਲਾਇਆ ਕਿ ਆ ਕੇ ਪਵਿੱਤਰ ਆਤਮਾ ਦੇ ਨਾਂ ਤੇ ਪ੍ਰਾਰਥਨਾ ਕਰਨ। Peter and John come and pray for the Lord Holy Spirit to come upon them. ਤੇ ਪਤਰਸ ਤੇ ਯੋਹੰਨਾ ਨੇ ਆ ਕੇ ਪ੍ਰਾਰਥਨਾ ਕੀਤੀ ਕਿ ਪਵਿੱਤਰ ਆਤਮਾ ਜੀ ਉਤਰਨ। Here you see it is so important that we have the Lord Holy Spirit when we are born again,
That is why these apostles made the journey to make sure the believers received the Lord Holy Spirit. ਇੱਥੇ ਜਿਹੜੇ ਪ੍ਰੇਰਿਤ ਸੀਗੇ ਉਹਨਾਂ ਨੇ ਜ਼ਰੂਰੀ ਸਮਝ ਕੇ ਯਾਤਰਾ ਕੀਤੀ ਤਾਂ ਕਿ ਜਿਹੜੇ ਦੂਸਰੇ ਚੇਲੇ ਨੂੰ ਪਵਿੱਤਰ ਆਤਮਾ ਪਾਣ। ਉਸ ਤਰ੍ਹਾਂ ਸਾਨੂੰ ਵੀ ਆਪਣੇ ਜੀਵਨ 'ਚ ਉਸ ਤਰ੍ਹਾਂ ਕਰਨਾ ਚਾਹੀਦਾ ਹੈ। We take up the story in Acts 8:15 to 17. ਪ੍ਰੇਰਿਤਾਂ ਦੇ ਕੰਮ 8:15 ਤੋਂ 18। Peter and John came down and prayed for them that they might receive the Holy Spirit, for he had not yet fallen on any of them, but they had only been baptized in the name of Lord Jesus Christ. Lord Jesus. They laid their hands on them and they received the Holy Spirit. और उन्होंने जाकर उनके लिए प्रार्थना की कि पवित्र आत्मा पाएं, क्योंकि वह अब तक उनमें से किसी पर ना उतरा था। उन्होंने तो केवल प्रभु यीशु मसीह के नाम में बपतिस्मा लिया था। तब उन्होंने उन पर हाथ रखे और उन्होंने पवित्र आत्मा पाया। First of all, there is a distinction between the water baptism and Holy Spirit baptism. ਇੱਥੇ ਫਰਕ ਦੱਸਿਆ ਜਾਂਦਾ ਹੈ ਕਿ ਪਾਣੀ ਦਾ ਬਪਤਿਸਮਾ ਤੇ ਪਵਿੱਤਰ ਆਤਮਾ ਦਾ ਬਪਤਿਸਮਾ। The second unique thing is, the Holy Spirit came upon the believers when the apostles laid their hand on them. ਤੇ ਦੂਸਰਾ ਜਿਹੜੇ ਉਹ ਵਿਸ਼ਵਾਸੀ ਸੀਗੇ ਉਹਨਾਂ ਤੇ ਪਵਿੱਤਰ ਆਤਮਾ ਉਦੋਂ ਉਤਰਿਆ ਜਦੋਂ ਪ੍ਰੇਰਿਤਾਂ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ। First time it came when they were praying. ਪਹਿਲੀ ਦਫਾ ਪਵਿੱਤਰ ਆਤਮਾ ਉਤਰੇ ਜਦੋਂ ਕਿ ਉਹ ਪ੍ਰਾਰਥਨਾ ਕਰ ਰਹੇ ਸੀ। The second change is when the apostles laid their hands, they received the Holy Spirit. ਦੂਸਰੀ ਵਾਰ ਜਦੋਂ ਪ੍ਰੇਰਿਤਾਂ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਉਹਨਾਂ ਨੇ ਪਵਿੱਤਰ ਆਤਮਾ ਬਪਤਿਸਮਾ ਪਾਇਆ। So you can receive the Lord Holy Spirit in both ways. Baptism of the Lord Holy Spirit in both ways. ਐਸ ਕਰਕੇ ਅਸੀਂ ਦੋਨੋਂ ਤਰੀਕੇ ਦੇ ਨਾਲ ਹੀ ਬਪਤਿਸਮਾ ਪਾ ਸਕਦੇ ਹਾਂ, Either directly ਸਿੱਧੇ ਤੌਰ ਤੇ or by laying of hands. ਜਾਂ ਹੱਥ ਰੱਖਣ ਅੱਗੇ ਪ੍ਰਾਰਥਨਾ ਨਾਲ। This is how the Lord Holy Spirit is introducing the various means of the baptism of the Spirit. ਇਹ ਤਰੀਕਾ ਹੈਗਾ ਜਿੰਦੇ ਜ਼ਰੀਏ ਪਵਿੱਤਰ ਆਤਮਾ ਜੀ ਨੇ ਆਪਣੇ ਅਭਿਸ਼ੇਕ ਦੇ ਦੋ ਤਰੀਕੇ ਦਿਖਾਏ। Now I talked about Simon the sorcerer. ਹੁਣ ਜਦੋਂ ਮੈਂ ਸਾਈਮਨ ਟੂਣਾ ਵਾਲੇ ਦੀ ਗੱਲ ਕੀਤੀ, Acts 8:18, this man sees that the Spirit was giving by the laying of hands, and he offered them money to get the same ability. ਤੇ ਪ੍ਰੇਰਿਤਾਂ ਦੇ ਕੰਮ 8:18 ਜਦੋਂ ਉਹਨੇ ਦੇਖਿਆ ਕਿ ਹੱਥ ਰੱਖਣ ਨਾਲ ਲੋਕ ਪਵਿੱਤਰ ਆਤਮਾ ਦਾ ਬਪਤਿਸਮਾ ਪਾ ਰਹੇ ਨੇ ਤੇ ਉਹਨੇ ਚੇਲਿਆਂ ਨੂੰ ਪੈਸੇ ਦੇ ਕੇ ਲੈਣ ਦੀ ਕੋਸ਼ਿਸ਼ ਕੀਤੀ। Simon exhibited wickedness. ਸਾਈਮਨ ਨੇ ਦੁਸ਼ਟਤਾ ਦਾ ਕੰਮ ਕੀਤਾ। You see, in that whole story, he did not receive the baptism of the Spirit. ਇਹ ਸਾਰੀ ਵਾਕਿਆ ਵਿੱਚ ਉਹਨੂੰ ਉਹਨਾਂ ਦਾ ਅਭਿਸ਼ੇਕ ਨਹੀਂ ਮਿਲਿਆ। Some people claim to be born again and they want the power of the Holy Spirit. They want to speak in tongues and all these things, so they come for the baptism of the Spirit. ਕੁਝ ਲੋਕ ਜਿਹੜੇ ਆਪਣਾ ਉਹਨਾਂ ਦਾ ਪਾਣੀ ਦਾ ਬਪਤਿਸਮਾ ਲੈਂਦੇ ਨੇ, ਉਹ ਚਾਹੁੰਦੇ ਨੇ ਕਿ ਉਹ ਵੀ ਗੈਰ ਜ਼ਬਾਨਾਂ ਬੋਲਣ ਤੇ ਉਹ ਵੀ ਪਵਿੱਤਰ ਆਤਮਾ ਦਾ ਬਪਤਿਸਮਾ ਲੈਣ। We have to check our hearts, my dear brothers and sisters. ਮੇਰੇ ਭੈਣੋ ਭਰਾਓ, ਸਾਨੂੰ ਆਪਣੇ ਦਿਲ ਨੂੰ ਦੇਖਣ ਦੀ ਜ਼ਰੂਰਤ ਹੈ। The third incident of the baptism of the Spirit is in Acts chapter 10, in the home of Cornelius. ਤੇ ਜਿਹੜਾ ਤੀਸਰਾ ਵਾਕਿਆ ਹੈਗਾ ਪ੍ਰੇਰਿਤਾਂ ਦੇ ਕੰਮ 10:47 ਚ ਕੁਰਲੀਨੀਅਸ ਦੇ ਘਰ ਜਿਹੜਾ ਵਾਕਿਆ ਹੋਇਆ। Cornelius was a centurion. ਕਰਨੂਲੀਆ ਜਿਹੜਾ ਸੀਗਾ ਸੈਂਚੂਰੀਅਨ ਸੀਗਾ। That means he had 100 soldiers under his command. ਉਹਦਾ ਮਤਲਬ 100 ਸਿਪਾਹੀ ਉਹਦੇ ਹੇਠਾਂ ਸੀਗੇ। This is, this was a time when the Jewish Christians did not consider Gentiles anything. ਇਹ ਉਹ ਸਮੇਂ ਸੀਗਾ ਜਦੋਂ ਕਿ ਜਿਹੜੇ ਯਹੂਦੀ ਆਪਣਾ ਮਸੀਹ ਸੀਗੇ ਉਹ ਗੈਰ ਕੌਮਾਂ ਦੇ ਲੋਕਾਂ ਨੂੰ ਕੁਛ ਨਹੀਂ ਸਮਝਦੇ ਸੀ। In spite of Lord Jesus commanding them to go to all nations of the world. ਜਦੋਂ ਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਆਦੇਸ਼ ਦਿੱਤਾ ਸੀ ਕਿ ਸੰਸਾਰ ਦੇ ਆਖਿਰ ਤੱਕ ਜਾਓ। The apostles were slow to include Gentiles in the church. ਤੇ ਪ੍ਰੇਰੀ ਜਿਹੜੇ ਸੀਗੇ ਉਹ ਰੁਕੇ ਹੋਏ ਸੀ ਕਿ ਗੈਰ ਕੌਮਾਂ ਨੂੰ ਜੋੜੀਏ। This is an amazing story. ਇਹ ਅਦਭੁਤ ਵਾਕਿਆ ਹੈ। I was just, delighted the way the Lord Holy Spirit worked here. ਮੈਂ ਬੜਾ ਹੀ ਖੁਸ਼ ਹੋਇਆ ਕਿ ਜਿਸ ਤਰ੍ਹਾਂ ਪਵਿੱਤਰ ਆਤਮਾ ਜੀ ਨੇ ਇੱਥੇ ਕੰਮ ਕੀਤਾ। First, God speaks to Cornelius ਪਹਿਲੇ ਪਰਮੇਸ਼ਵਰ ਨੇ ਕੁਰਲੀਨੀਅਸ ਨਾਲ ਗੱਲ ਕੀਤੀ through an angel ਇੱਕ ਸਵਰਗਦੂਤ ਦੇ ਜ਼ਰੀਏ and tell him, go ask for Peter to come. ਤੇ ਉਹਨੂੰ ਕਿਹਾ ਕਿ ਜਾ ਕੇ ਪਤਰਸ ਨੂੰ ਬੁਲਾ। Next day, Peter is praying. ਦੂਸਰੇ ਦਿਨ ਪਤਰਸ ਪ੍ਰਾਰਥਨਾ ਕਰ ਰਿਹਾ। He gets a vision ਉਹਨੂੰ ਦਰਸ਼ਨ ਨਹੀਂ ਨਜ਼ਰ ਆਉਂਦਾ of the sheet containing all unclean animals in that sheet.
ਤੇ ਉਹਨੇ ਇੱਕ ਬੜੀ ਵੱਡੀ ਚੱਦਰ ਨਜ਼ਰ ਆਂਦੀ ਏ ਜਿੰਦੇ ਸਾਰੇ ਜਿਹੜੇ ਜਾਨਵਰ ਹੈਗੇ ਨੇ ਉਹ ਕੀ ਕਹਿੰਦੇ ਨੇ ਅਨਕਲੀਨ ਨੇ The Lord tells Peter, kill and eat. ਤੇ ਪਰਮੇਸ਼ਵਰ ਉਹਨੂੰ ਕਹਿੰਦੇ ਨੇ ਇਹਨਾਂ ਨੂੰ ਮਾਰ ਤੇ ਖਾ। You see the brainwashing of the Jews. Peter tells God, no Lord, I have not eaten anything unclean. ਤੇ ਆਪਾਂ ਦੇਖੀਏ ਉਹਨਾਂ ਦੇ ਦਿਮਾਗ ਦੇ ਆਪਣਾ ਸਥਿਤੀ ਨੂੰ ਉਹ ਕਹਿੰਦਾ ਜੀ ਮੈਂ ਅੱਜ ਤੱਕ ਕੋਈ ਵੀ ਅਸ਼ੁੱਧ ਚੀਜ਼ ਨਹੀਂ ਖਾਧੀ। That is the reason why they did not bring Gentiles into the church. ਇਹ ਕਾਰਨ ਸੀਗਾ ਤਾਂ ਕਿਉਂਕਿ ਉਹਨਾਂ ਗੈਰ ਜ਼ੁਬਾਨਾਂ ਦੇ ਲੋਕ Because the law was really strong in their lives. ਕਿਉਂਕਿ ਉਹਨਾਂ ਦੇ ਜੀਵਨ ਦੀ ਵਿਵਸਥਾ ਮਜ਼ਬੂਤ ਸੀ। When the Lord says to him, what God has made clean, do not call common. ਜੋ ਉਹਨੂੰ ਪਰਮੇਸ਼ਵਰ ਨੇ ਕਿਹਾ ਕਿ ਜੋ ਚੀਜ਼ ਪਰਮੇਸ਼ਵਰ ਨੇ ਸ਼ੁੱਧ ਕਹੀ ਹੈ ਉਹਨੂੰ ਅਸ਼ੁੱਧ ਨਾ ਕਹਿ। You know, every time Peter is involved, God has to tell him 3 times. ਹਰ ਵਾਰੀ ਜਦੋਂ ਇਹ ਪਤਰਸ ਦਾ ਵਾਕਿਆ ਹੁੰਦਾ ਪਰਮੇਸ਼ਵਰ ਨੂੰ ਉਹਨੂੰ 3 ਵਾਰੀ ਕਹਿਣਾ ਪੈਂਦਾ Do you love me, Peter? Yes, Lord. ਉਹਨੂੰ ਪੁੱਛਿਆ ਤੂੰ ਮੇਰੇ ਨਾਲ ਪ੍ਰੇਮ ਕਹਿੰਦਾ ਹਾਂ। Lord asked him 3 times. 3 ਵਾਰੀ ਪੁੱਛਿਆ ਉਹਨੂੰ। Here, kill and eat unclean animals. No, Lord. Please, Peter, don't call them unclean. Eat. No, Lord. And 3 times. ਇੱਥੇ ਵੀ 3 ਵਾਰੀ ਪਰਮੇਸ਼ਵਰ ਨੂੰ ਕਹਿਣਾ ਪਿਆ ਕਿ ਇਹ ਜਿਹੜੇ ਅਸ਼ੁੱਧ ਐਨੀਮਲ ਤੂੰ ਖਾ। After that, God tells, go with those people who have come there. Don't say no. ਉਸ ਤੋਂ ਬਾਅਦ ਪਰਮੇਸ਼ਵਰ ਨੂੰ ਕਿਹਾ ਵੀ ਜਿਹੜੇ ਲੋਕ ਤੈਨੂੰ ਬੁਲਾਉਣ ਆਏ ਨੇ ਤੂੰ ਉਹਨਾਂ ਨਾਲ ਜਾ ਉਹਨੂੰ ਮਨਾ ਨਾ ਕਰ। You know, Peter is trying to sort out what happened now. ਪਤਰਸ ਹੁਣ ਦੇਖ ਰਿਹਾ ਵੀ ਕੀ ਹੋਏਗਾ। So Holy Spirit tells you, go with them. ਤੇ ਪਵਿੱਤਰ ਆਤਮਾ ਜੀ ਉਹਨੂੰ ਅਗਵਾਈ ਕਰਦੇ ਨੇ ਵੀ ਉਹਨਾਂ ਨਾਲ ਜਾ। Don't ask questions. ਸਵਾਲ ਨਾ ਪੁੱਛ। Next day, Peter travels to Cornelius' house. ਅਗਲੇ ਦਿਨ ਪਤਰਸ ਜਿਹੜਾ ਹੈ ਕੁਰਨੀਲੀਅਸ ਦੇ ਘਰ ਜਾਂਦਾ ਹੈ। He tells Cornelius, you know, Jews don't mix with you guys, but the Lord Holy Spirit told me, so I have to come. ਉਹ ਕਹਿੰਦਾ ਤੈਨੂੰ ਪਤਾ ਹੈ ਵੀ ਯਹੂਦੀ ਜਿਹੜੇ ਗੈਰ ਲੋਕਾਂ ਨਾਲ ਨਹੀਂ ਮਿਲਦੇ ਪਰ ਕਿਉਂਕਿ ਮੈਨੂੰ ਪਵਿੱਤਰ ਆਤਮਾ ਜੀ ਨੇ ਆਦੇਸ਼ ਦਿੱਤਾ ਇਸ ਕਰਕੇ ਮੈਂ ਆਇਆ। Then Cornelius tells Peter about the vision he got. ਫਿਰ ਕੁਰਨੀਲੀਅਸ ਨੇ ਉਹਨੂੰ ਆਪਣਾ ਦਰਸ਼ਨ ਦੱਸਿਆ ਜੋ ਉਹਨੇ ਪ੍ਰਾਪਤ ਕੀਤਾ। But here is where is the amazing thing the Lord Holy Spirit did. ਪਰ ਇੱਥੇ ਇੱਕ ਅਦਭੁਤ ਕੰਮ ਕੀਤਾ ਪਵਿੱਤਰ ਆਤਮਾ ਜੀ ਨੇ। Peter was preaching the gospel. ਪਤਰਸ ਪ੍ਰਚਾਰ ਕਰ ਰਿਹਾ ਸੀ। He said, oh, I now know God is not making any difference between Jews and Gentiles. ਉਹਨੇ ਕਿਹਾ ਹੁਣ ਮੈਨੂੰ ਪਤਾ ਲੱਗਿਆ ਕਿ ਪਰਮੇਸ਼ਵਰ ਯਹੂਦੀਆਂ ਦੇ ਗੈਰ ਲੋਕ ਕੌਮਾਂ 'ਚ ਕੋਈ ਫਰਕ ਨਹੀਂ ਕਰਦਾ। And he talked about the death and resurrection of Lord Jesus Christ. ਤੇ ਉਹਨੇ ਪ੍ਰਭੂ ਯਿਸੂ ਮਸੀਹ ਦੇ ਮਰਨ ਤੇ ਪੁਨਰ ਜੀ ਉੱਠਣ ਦੀ ਬਾਰੇ ਗੱਲ But I ਕੀਤੀ। knew Peter in his heart was not fully convinced. ਪਰ ਪੀਟਰ ਦਿਲ 'ਚ ਪੂਰੀ ਤਰ੍ਹਾਂ ਜਿਹਨੂੰ ਤਸੱਲੀ ਨਹੀਂ ਸੀ। So what the Lord Holy Spirit did? ਪਵਿੱਤਰ ਆਤਮਾ ਜੀ ਨੇ As he was preaching, the Holy Spirit came upon the assembly. ਤੇ ਜਿਵੇਂ ਉਹ ਪ੍ਰਚਾਰ ਕਰ ਰਿਹਾ ਸੀ ਉਵੇਂ ਲੋਕਾਂ ਤੇ ਪਵਿੱਤਰ ਆਤਮਾ ਉਤਰਿਆ। He forced himself on the whole, you know, the preaching, the people, on everything. The Lord Holy Spirit came himself. He forced himself on it. ਤੇ ਪਵਿੱਤਰ ਆਤਮਾ ਜੀ ਨੇ ਪ੍ਰਚਾਰ ਦੇ ਦੌਰਾਨ ਆਪਣੇ ਆਪ ਨੂੰ ਲੋਕਾਂ ਤੇ ਤਾਕਤ ਨਾਲ ਉਤਾਰਿਆ। This is a very unique event. ਬੜਾ ਇੱਕ ਅਦਭੁਤ ਕੰਮ ਹੋਇਆ। Lord Holy Spirit fell on the believers even without baptism of water. ਤੇ ਪਵਿੱਤਰ ਆਤਮਾ ਜੀ ਉਹ ਲੋਕਾਂ ਦੇ ਉਤਰੇ ਇਸ ਤੋਂ ਪਹਿਲੇ ਕਿ ਉਹਨਾਂ ਨੇ ਪਾਣੀ ਦਾ And ਬਪਤਿਸਮਾ Acts ਲਿਆ। 10:45. ਪ੍ਰੇਰਿਤਾਂ ਦੇ 10:45 Yeah, and the believers from among the circumcised who had come with Peter were amazed because the gift of the Holy Spirit was poured out even on the Gentiles. और जितने खतना किए हुए विश्वासी पतरस के साथ आए थे वो सब चकित हुए कि अन्य जातियों पर भी पवित्र आत्मा का दान उड़ेला गया। And Peter responds saying, now that they have received the Holy Spirit, who can stop them from being baptized in water? इस पर पतरस ने कहा क्या कोई जल की रोक सकता है कि वे बपतिस्मा ना पाएं जिन्होंने हमारे नई पवित्र आत्मा पाया है। The thing is, when Peter was preaching, these people believed. ਜਦੋਂ ਪਤਰਸ ਪ੍ਰਚਾਰ ਕਰ ਰਿਹਾ ਸੀ ਉਦੋਂ ਲੋਕਾਂ ਨੇ ਵਿਸ਼ਵਾਸ The ਕੀਤਾ। Lord Holy Spirit knew it. ਪਵਿੱਤਰ ਆਤਮਾ ਜੀ ਨੂੰ ਪਤਾ ਸੀ। Peter did not know it. ਪਤਰਸ ਨੂੰ ਨਹੀਂ ਪਤਾ ਸੀ। The Lord Holy Spirit came upon them. ਤੇ ਪਵਿੱਤਰ ਆਤਮਾ ਉਹਨਾਂ ਤੇ ਉਤਰਿਆ। First, so this was a lesson to Peter. ਇਹ ਪਤਰਸ ਨੂੰ ਇੱਕ ਸੰਦੇਸ਼ ਸੀਗਾ। So there is no rule that you have to be baptized before you can be baptized with the Holy Spirit. You know, the Lord Holy Spirit is giving different variations which can happen in life. ਇਸ ਕਰਕੇ ਇਹ ਕੋਈ ਕਾਰਨ ਨਹੀਂ ਹੈਗਾ ਕਿ ਤੁਸੀਂ ਪਹਿਲੇ ਪਾਣੀ ਦਾ ਬਪਤਿਸਮਾ ਲਓ ਫਿਰ ਪਵਿੱਤਰ ਆਤਮਾ ਜੀ ਦਾ ਬਪਤਿਸਮਾ ਪਾਓਗੇ।
ਪਵਿੱਤਰ ਆਤਮਾ ਜੀ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦੇ ਨੇ। The Lord Holy Spirit had to overcome the reluctance of the apostles to introduce the same right to the Gentiles. That's how we came into the church. ਪਵਿੱਤਰ ਆਤਮਾ ਜੀ ਨੇ ਜਿਹੜਾ ਪਤਰਸ ਦੀ ਰੁਕਾਵਟ ਸੀ ਉਹਨੂੰ ਬਦਲ ਕੇ ਕਿਹਾ ਵੀ ਸਾਰਿਆਂ ਵਾਸਤੇ ਜਿਹੜੇ ਮਨਜ਼ੂਰ ਕਰਦੇ ਨੇ ਉਹਨਾਂ ਵਾਸਤੇ ਬਪਤਿਸਮਾ ਹੈਗਾ ਤੇ ਜਿਸ ਤਰ੍ਹਾਂ ਅਸੀਂ ਵੀ ਪਰਮੇਸ਼ਵਰ ਚਾਹੇ। Amazing work of the Holy Spirit. ਪਵਿੱਤਰ ਆਤਮਾ ਜੀ ਦਾ ਅਦਭੁਤ ਕੰਮ। The fourth account is in the believers in Ephesus. ਤੇ ਚੌਥਾ ਜਿਹੜਾ ਵਾਕਿਆ ਹੈਗਾ ਐਫੈਸਸ ਦਾ ਹੈਗਾ। It is people have misinterpreted the text, but let us follow the text as it is. ਲੋਕਾਂ ਨੇ ਇਹਨੂੰ ਗਲਤ ਸਮਝਿਆ ਪਰ ਅਸੀਂ ਜੋ ਵਚਨ ਕਹਿੰਦਾ ਉਹ ਦੇਖਾਂਗੇ। Some people had listened to John preaching about the Lord Jesus Christ, ਕੁਝ ਲੋਕਾਂ ਨੇ ਯੋਨਾ ਨੂੰ ਸੁਨਿਆ ਪ੍ਰਭੂ ਯਿਸੂ ਮਸੀਹ ਬਾਰੇ ਪ੍ਰਚਾਰ ਕਰਦਿਆਂ and they had repented in their lives, ਤੇ ਉਹਨਾਂ ਨੇ ਪਛਤਾਵਾ ਕੀਤਾ but they have not been baptized in the name of our Lord Jesus Christ. ਪਰ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਬਪਤਿਸਮਾ ਨਹੀਂ ਪਾਇਆ ਸੀ। There were 12 Ephesian believers. 12 ਵਿਸ਼ਵਾਸੀ ਸੀਗੇ। It's in Acts 19. ਪ੍ਰੇਰਿਤਾਂ ਦੇ ਕੰਮ 19। And you see, then Paul went and preached to them the gospel of Lord Jesus Christ. ਪੌਲੁਸ ਨੇ ਜਾ ਕੇ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕੀਤਾ। And he said, have you been baptized in the Holy Spirit? ਤੇ ਉਹਨੇ ਪੁੱਛਿਆ ਕਿਆ ਤੁਸੀਂ ਪਵਿੱਤਰ ਆਤਮਾ ਜੀ ਦਾ ਬਪਤਿਸਮਾ ਪਾਇਆ? They said, we don't know about the baptism of the Holy Spirit. ਉਹ ਕਹਿੰਦੇ ਅਸੀਂ ਨਹੀਂ ਜਾਣਦੇ ਉਸ ਬਪਤਿਸਮੇ Acts ਬਾਰੇ। 19:5-6. ਪ੍ਰੇਰਿਤਾਂ ਦੇ ਕੰਮ 19:5-6। On hearing this, they were baptized in the name of the Lord Jesus. And when Paul had laid his hands on them, the Holy Spirit came on them, and they began speaking in tongues and prophesying. ये सुनकर उन्होंने प्रभु यीशु मसीह के नाम का बपतिस्मा लिया और जब पौलुस ने उन पर हाथ रखे तो उन पर पवित्र आत्मा उतरा और वे भिन्न भिन्न भाषा बोलने और भविष्यवाणी करने लगे। Again, it is a different approach of the Lord Holy Spirit. अथे पवित्र आत्मा जी ने एक अलग तरीका अपनाया। 4 instances. 4 वाक्य। Directly you can receive the Lord Holy Spirit. ਅਸੀਂ ਸਿੱਧੇ ਤੌਰ ਤੇ ਆਪਣਾ ਨੂੰ ਲੈ ਸਕਦੇ ਹਾਂ। When you lay hands, you can receive. ਅਸੀਂ ਹੱਥ ਰੱਖਣ ਨਾਲ ਲੈ ਸਕਦੇ ਹਾਂ। It is not only for Jews, but for all people. That is the third one. ਤੀਸਰਾ ਸਿਰਫ ਯਹੂਦੀਆਂ ਵਾਸਤੇ ਨਹੀਂ, ਗੈਰ ਕੌਮਾਂ ਵਾਸਤੇ ਹੈਗਾ। The fourth, by laying of hands again. ਚੌਥਾ ਦੁਬਾਰਾ ਹੈਗਾ ਹੱਥ ਰੱਖਣ ਦੇ ਨਾਲ। There are many other cases which are alluded to or implied, but they have not been described in Scripture. ਕੁਝ ਹੋਰ ਚੀਜ਼ਾਂ ਹੈਗੀਆਂ ਨੇ ਪਰ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਵਿੱਚ ਖੋਲ ਕੇ ਨਹੀਂ ਦੱਸਿਆ ਗਿਆ। The baptism of the Holy Spirit is the spiritual act of the physical, spiritual counterpart of the physical baptism of water. Say it again. The baptism of Holy Spirit is the spiritual part. The water baptism is the physical part. ਜਿਹੜਾ ਪਵਿੱਤਰ ਆਤਮਾ ਜੀ ਦਾ ਬਪਤਿਸਮਾ ਹੈਗਾ ਉਹ ਇੱਕ ਰੂਹਾਨੀ ਬਦਲਾਵ ਹੈਗਾ ਤੇ ਜਿਹੜਾ ਪਾਣੀ ਦਾ ਬਪਤਿਸਮਾ ਹੈਗਾ ਉਹ ਬਾਹਰੀ ਰੂਪ ਹੈਗਾ। We are covered with the Lord Holy Spirit. ਅਸੀਂ ਪਵਿੱਤਰ ਆਤਮਾ ਜੀ ਦੇ ਨਾਲ ਆਪਣਾ ਭਰੇ ਹੋਏ ਹਾਂ। When we are baptized with the Holy Spirit, ਅਸੀਂ ਉਹਨਾਂ ਦੇ ਬਪਤਿਸਮੇ 'ਚ ਹੈਗੇ ਹਾਂ। we will tend to display some power signs. ਜੇ ਅਸੀਂ ਬਪਤਿਸਮੇ 'ਚ ਹੈਗੇ ਹਾਂ ਤੇ ਅਸੀਂ ਕੁਝ ਐਸੇ ਕੰਮ ਕਰਾਂਗੇ ਜਿਹੜੇ ਅਜੂਬ ਨੇ। Inside we are mortifying the deeds of the flesh. ਅੰਦਰ ਅਸੀਂ ਆਪਣੇ ਅੰਦਰ ਆਪਣੇ ਸਰੀਰਿਕ ਦੇ ਕੰਮਾਂ ਨੂੰ ਖਤਮ ਕਰ ਰਹੇ ਹਾਂ। Outside we are displaying the life of Jesus Christ. ਤੇ ਬਾਹਰੀ ਰੂਪ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਕੰਮਾਂ ਨੂੰ ਦਰਸਾ ਰਹੇ ਹਾਂ। The book of Acts is a record of the work of the Holy Spirit. ਤੇ ਪ੍ਰੇਰਿਤਾਂ ਦੇ ਕੰਮ ਸਾਨੂੰ ਦੱਸਦਾ ਹੈ ਪਵਿੱਤਰ ਆਤਮਾ ਜੀ ਦੇ ਕੰਮਾਂ ਦਾ ਇਹ ਵਾਕਿਆ। It shows what a believer who is baptized in the Holy Spirit can do. ਐਸ ਦੱਸਦਾ ਹੈ ਕਿ ਜਿਹੜਾ ਵਿਸ਼ਵਾਸੀ ਪਵਿੱਤਰ ਆਤਮਾ ਦੇ ਬਪਤਿਸੇ ਪਰ ਪਰਿਪੂਰਨ ਹੈਗਾ ਉਹ ਕੀ ਕਰ ਸਕਦਾ ਹੈ। As the Bible says, not everyone will do everything. ਵਚਨ ਕਹਿੰਦਾ ਹਰ ਬੰਦਾ ਹਰ ਕੰਮ ਨਹੀਂ ਕਰੇਗਾ। We shall see next week that each person is given different gifts. ਅਸੀਂ ਅਗਲੇ ਹਫਤੇ ਦੇਖਾਂਗੇ ਹਰ ਵਿਸ਼ਵਾਸੀ ਨੂੰ ਅਲੱਗ ਤੋਹਫਾ ਦਿੰਦਾ ਹੈ So that the whole church can be benefited. ਤਾਕਿ ਪੂਰੀ ਕਲੀਸਿਆ ਨੂੰ ਉਹਨਾਂ ਨਾਲ ਫਾਇਦਾ ਹੋਵੇ। I want to introduce the 9 gifts. ਮੈਂ ਜਿਹੜੇ 9 ਤੋਹਫੇ ਹੈਗੇ ਨੇ ਉਹਨਾਂ ਨੂੰ ਸਾਰਾਂਸ਼ ਦੱਸਾਂਗਾ। I have to correct myself. There are 9 power gifts and there are many other gifts which are listed in the Bible. ਜਿਹੜੇ 9 ਆਪਣਾ ਤੋਹਫੇ ਹੈਗੇ ਨੇ ਉਹ ਸਾਮਰਥ ਵਾਲੇ ਹੈਗੇ ਨੇ ਤੇ ਹੋਰ ਤੋਹਫੇ ਵੀ ਹੈਗੇ ਨੇ।
We overlook the other ones. We are only interested in the 9, which is the wrong thing. ਅਸੀਂ 9 ਜਿਹੜੇ ਤੋਹਫੇ ਹੈਗੇ ਨੇ ਸਮਰਥ ਦੇ ਉਹਨਾਂ ਵੱਲ ਧਿਆਨ ਰੱਖਨੇ ਆ, ਬਾਕੀਆਂ ਦਾ ਨਹੀਂ ਕਰਦੇ, ਜਿਹੜੇ ਕੀ ਗਲਤ ਗੱਲ ਹੈ। So 1 Corinthians 12, 7 to 11 introduces the 9 gifts. ਪਹਿਲਾ ਗ੍ਰੰਥੀਆ 12, 7 ਤੋਂ 11 ਸਾਨੂੰ ਆਤਮਾ ਦੇ ਤੋਹਫਿਆਂ ਬਾਰੇ ਦੱਸਦਾ ਹੈ। But the manifestation of the Spirit is given to every man to profit withal. For to one is given by the Spirit the word of wisdom, to another the word of knowledge by the same Spirit, to another faith by the same Spirit, to another gifts of healing by the same Spirit, to another working of miracles, to another prophecy, to another discerning of spirits, to another diverse kinds of tongues, to another interpretation of tongues. But all these worketh that one and the same Spirit, dividing to every man severally as he will. किंतु सबके लाभ पहुंचाने के लिए हर एक को आत्मा का प्रकाश दिया जाता है, क्योंकि एक को आत्मा के द्वारा बुद्धि की बातें दी जाती हैं, दूसरे को उसी आत्मा के अनुसार ज्ञान की बातें, किसी को उसी आत्मा से विश्वास और किसी को उसी एक आत्मा से चंगा करने का वरदान दिया जाता है, फिर किसी को समर्थ के काम करने की शक्ति, और किसी को भविष्यवाणी की, और किसी को आत्माओं की परख, और किसी को अनेक प्रकार की भाषा, और किसी को भाषाओं का अर्थ बताना। परंतु ये सब प्रभावशाली काम वही एक आत्मा करता है, जिसे जो चाहता है वह उसे बांट देता है। The only purpose of spiritual gifts is to glorify God. ਜਿਹੜਾ ਇੱਕੋ ਆਪਣਾ ਕਾਰਨ ਹੈਗਾ ਰੂਹਾਨੀ ਤੋਹਫਿਆਂ ਦਾ, ਉਹ ਪਰਮੇਸ਼ਵਰ ਦੇ ਨਾਮ ਨੂੰ ਅੱਗੇ ਕਰਨਾ। Not to show the preacher is somebody great doing these things. ਇਹ ਨਹੀਂ ਕਿ ਜਿਹੜਾ ਪ੍ਰਚਾਰਕ ਕਰ ਰਿਹਾ ਕੋਈ ਬੜਾ ਮਹਾਨ ਬੰਦਾ ਹੈਗਾ। It has to edify the church. ਕਲੀਸਿਆ ਨੂੰ ਅੱਗੇ ਵਧਾਉਣ ਵਾਸਤੇ, It has to edify each other. ਇੱਕ ਦੂਜੇ ਨੂੰ ਅੱਗੇ ਵਧਾਉਣ ਵਾਸਤੇ। It is not a party trick. ਸੌਰੀ, Party trick. ਉਹ ਇਹ ਕੋਈ ਪਾਰਟੀ ਕੋਈ ਟ੍ਰਿਕ ਦਿਖਾਉਣ ਵਾਲਾ ਕੰਮ ਨਹੀਂ ਹੈਗਾ। Not something which proves you are a good Christian. ਇਹ ਵੀ ਨਹੀਂ ਦੱਸਦਾ ਕਿ ਤੁਸੀਂ ਅੱਛੇ ਮਸੀਹ ਹੈਗੇ ਹੋ। Having a gift does not mean you are more blessed than the other believer who doesn't have that gift. ਜੇ ਤੁਹਾਨੂੰ ਕੋਈ ਪਵਿੱਤਰ ਆਤਮਾ ਤੋਹਫਾ ਹੈਗਾ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਸਰੇ ਵਿਸ਼ਵਾਸੀ ਤੋਂ ਅਲੱਗ ਹੈਗੇ ਹੋ। Every believer who has the Lord Holy Spirit will be given a gift. ਹਰ ਵਿਸ਼ਵਾਸੀ ਜਿਹਦੇ ਕੋਲ ਪਵਿੱਤਰ ਆਤਮਾ ਦਾ ਅਭਿਸ਼ੇਕ ਹੈਗਾ, ਉਹਨੂੰ ਤੋਹਫਾ ਦਿੱਤਾ ਜਾਂਦਾ ਹੈ। It is not for money making. ਪੈਸੇ ਬਣਾਉਣ ਵਾਸਤੇ ਨਹੀਂ। 1 Peter 4, 10 and 11 you can open. As every man has received the gift, even so minister the same one to another as good stewards of the manifold grace of God. If any man speak, let him speak as the oracles of God. If any man minister, let him do it as of the ability which God giveth, and that God in all things may be glorified through Christ Jesus, to whom be praise and dominion forever and ever. Amen. 1 Peter 4, 10 and 11. जी, जिसको जो वरदान मिला है वह उसे परमेश्वर के नाना प्रकार के अनुग्रह से भरे भंडारियों के समान एक दूसरे की सेवा में लगाए। यदि कोई बोले तो ऐसा बोले मानो परमेश्वर का वचन। यदि कोई सेवा करे तो उस शक्ति से करे जो परमेश्वर देता है, जिससे सब बातों में यीशु मसीह के द्वारा परमेश्वर की महिमा प्रकट हो। महिमा और साम्राज्य युगायुग उसी का है। आमीन। There is only one guy who got the gifts and is misusing, that is the devil. ਸਿਰਫ ਇੱਕੋ ਬੰਦਾ ਹੈਗਾ ਜਿਹਨੂੰ ਤੋਹਫੇ ਮਿਲੇ ਤੇ ਉਹਨਾਂ ਦਾ ਉਹ ਗਲਤ ਫਾਇਦਾ ਉਠਾ ਰਿਹਾ ਹੈ, ਉਹ ਹੈ ਸ਼ੈਤਾਨ। Either we are following him or we are following the Lord Holy Spirit. ਜਾਂ ਅਸੀਂ ਉਹਦੇ ਪਿੱਛੇ ਚੱਲ ਰਹੇ ਹਾਂ ਜਾਂ ਅਸੀਂ ਪਵਿੱਤਰ ਆਤਮਾ ਜੀ ਦੇ ਪਿੱਛੇ ਚੱਲ ਰਹੇ ਹਾਂ। Unless the gift glorifies God, we are dishonoring God. ਜਿਸ ਤੱਕ ਉਹ ਤੋਹਫਾ ਪਰਮੇਸ਼ਵਰ ਦੇ ਨਾਮ ਨੂੰ ਅੱਗੇ ਨਹੀਂ ਵਧਾ ਰਿਹਾ, ਜੇ ਉਹ ਨਹੀਂ ਹੋ ਰਿਹਾ ਤੇ ਅਸੀਂ ਮਤਲਬ ਅਸੀਂ ਇੱਕ ਗਲਤ ਕੰਮ ਕਰ ਰਹੇ ਹਾਂ। In conclusion, ਨਿਚੋੜ ਵਿੱਚ today we saw what the anointing of the Lord Holy Spirit was. ਅੱਜ ਅਸੀਂ ਦੇਖਿਆ ਕਿ ਕੀ ਪਵਿੱਤਰ ਆਤਮਾ ਜੀ ਦਾ ਅਭਿਸ਼ੇਕ ਹੈ, What it does in our lives. ਸਾਡੇ ਜੀਵਨ ਵਿੱਚ ਕੀ ਕੰਮ ਕਰਦਾ ਹੈ, How we are set apart for His work. ਕਿਵੇਂ ਅਸੀਂ ਉਹਨਾਂ ਦੇ ਕੰਮਾਂ ਵਾਸਤੇ ਵੱਖਰੇ ਕੀਤੇ ਗਏ ਹਾਂ। Then the baptism of the Holy Spirit. ਫਿਰ ਪਵਿੱਤਰ ਆਤਮਾ ਦਾ ਬਪਤਿਸਮਾ, It is an expression of the power of God. ਇਹ ਪਰਮੇਸ਼ਵਰ ਦੀ ਸਮਰਥ ਦੀ ਨਿਸ਼ਾਨੀ ਹੈ। Then we saw the list of the gifts of God.
ਫਿਰ ਅਸੀਂ ਜਿਹੜੇ ਉਹ ਤੋਹਫੇ ਨੇ ਉਹਨਾਂ ਦੀ ਲਿਸਟ ਦੇਖੀ, gifts of the Holy Spirit. ਪਵਿੱਤਰ ਆਤਮਾ ਜੀ ਦੇ ਤੋਹਫੇ। Next week we'll go in detail in the gifts. ਅਗਲੇ ਹਫਤੇ ਅਸੀਂ ਇਹਨੂੰ ਵਿਸਤਾਰ ਹੀ ਦੇਖਾਂਗੇ। Then we will see how each of us have been chosen to do something for the kingdom of God. ਫਿਰ ਅਸੀਂ ਦੇਖਾਂਗੇ ਸਾਡੇ ਚੋਂ ਹਰ ਇੱਕ ਚੁਣਿਆ ਗਿਆ ਹੈ ਤਾਂ ਕਿ ਪਰਮੇਸ਼ਵਰ ਦੇ ਕੰਮਾਂ ਨੂੰ ਕਰ ਸਕੀਏ। So let us bow our heads, close our eyes. ਅੱਖਾਂ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ। Test yourself. ਆਪਣੇ ਆਪ ਨੂੰ ਜਾਂਚੋ। The Bible says if you judge yourself, you will not be judged. ਵਚਨ ਕਹਿੰਦਾ ਜੇ ਤੁਸੀਂ ਆਪਣੇ ਆਪ ਨੂੰ ਜਾਂਚੋਗੇ ਤੇ ਦੂਜੇ ਹੱਥੋਂ ਨਹੀਂ ਜਾਂਚੇ ਜਾਓਗੇ। Check. Judge your life. ਆਪਣਾ ਜੀਵਨ ਪਰਖੋ। Are you growing closer and closer to God as the days pass? ਜਿਵੇਂ ਦਿਨ ਬਰ ਦਿਨ ਨਿਕਲ ਰਿਹਾ, ਕਿਆ ਤੁਸੀਂ ਪਰਮੇਸ਼ਵਰ ਦੇ ਨਜ਼ਦੀਕ ਜਾ ਰਹੇ ਹੋ? Are you able to have this fellowship with the Holy Spirit? ਕਿਆ ਤੁਹਾਡੀ ਐਸੀ ਪਵਿੱਤਰ ਆਤਮਾ ਜੀ ਦੇ ਨਾਲ ਸਹਿਭਾਗਿਤਾ ਹੈ? Judge your life. ਆਪਣਾ ਜੀਵਨ ਜਾਂਚੋ। Nobody else is going to judge you. ਕੋਈ ਤੁਹਾਨੂੰ ਨਹੀਂ ਜਾਂਚੇਗਾ। You only need to judge yourself. ਤੁਸੀਂ ਖੁਦ ਆਪਣੇ ਆਪ ਨੂੰ ਜਾਂਚਣਾ ਹੈ। People only look at the outside, ਲੋਕੀ ਬਾਹਰ ਹੀ ਦੇਖਦੇ ਨੇ, but inside only you know. ਪਰ ਅੰਦਰ ਤੁਸੀਂ ਜਾਣਦੇ ਹੋ। God knows. ਪਰਮੇਸ਼ਵਰ ਜਾਣਦਾ ਹੈ। If you have to repent, it is time to repent. ਜੇ ਤੁਸੀਂ ਪਛਤਾਵਾ ਕਰਨਾ ਹੈ, ਸਮੇਂ ਹੈਗਾ। Thank you, Father. Thank you for your word. Your word is, Lord, extraordinary. Your work is extraordinary. You are a great God. You are the wonderful Lord Holy Spirit that you have given us, that He guides us, He leads us, He counsels us. We thank you for this wonderful gift. Lord, we are so grateful. We are so grateful you did not leave us like orphans, that you sent us the Lord Holy Spirit, who is with us, who is in us, who teaches us, Lord. We pray, Lord, help us to honor Him. Help us, Lord, to recognize Him. Help us, Lord, to have this fellowship with Him. Help us, Lord, to have this dialogue with Him every second of our lives. Because, Lord, our very life depends on Him and His power. We thank you, and Lord, as we modify the deeds of the flesh, help us to walk in the Spirit. Thank you, Father. We give you glory. In all things, you be glorified. In the name of our Lord Jesus, we pray. Amen. The Lord bless you and keep you. The Lord make His face to shine upon you and be gracious unto you. The Lord lift His countenance upon you and give you peace. In the name of Jesus. Amen.